ਧੰਨ ਵਾਹਿਗੁਰੂ ਸਾਹਿਬ ਜੀ। ਤੇਰੀ ਸ਼ਰਨ ਮੇਰੇ ਦੀਨ ਦਿਆਲ, ਸੁਖ ਸਾਗਰ ਮੇਰੇ ਗੁਰ ਗੋਪਾਲ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਅਸਾੜੀ ਜੀਓ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਘਰ ਦੂਜਾ। ਦੋਏ ਦੋਏ ਲੋਚਨ ਪੇਖਾਂ, ਹੋਂ ਹਰ ਬਿਨ ਔਰ ਨਾ ਦੇਖਾਂ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਨ ਨ ਜਾਈ। हमरा परम गया हो भागा, जब राम नाम चित लागा। रहाऊ बाजीगर डंक बजाई, सब खलक तमाशे आई। बाजीगर स्वांग सकेला, अपने रंग रवै अकेला। कथनी कह परम न जाई, सब कथ कथ रही लुकाई। जाको गुरमुख आप बुझाई, ताके हृदय रहा समाई। गुर किंचत कृपा कीनी, सब तन मन देह हर लीनी। कह कबीर रंग राता, मिलियो जग जीवन दाता। गुर किंचत कृपा कीनी, सब तन मन देह हर लीनी। कह कबीर रंग राता, मिलियो जग जीवन दाता। ओ वाहिगुरु जी का खालसा, ओ वाहिगुरु जी की फतेह। परम सन्मानयोग जुगों जुग अटल शब्द गुरु बाणी के बोहित तन तन श्री गुरु ग्रंथ साहब महाराज जी की पावन पाक हजूरी विच सुभाईमान सतसंगी जनों, सतगुरां ने कृपा की भगतां दी बाणी नूं विचारन दा सुभाग समा प्राप्त होया।
ਸੋਰਠ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੋ ਘਰ ਦੂਜੇ ਵਿੱਚ ਗਾਉਣ ਦਾ ਹੁਕਮ ਹੈ। ਪਿਛਲੇ ਦੇ ਜਿਹੜੇ 3 ਸ਼ਬਦ ਅਸੀਂ ਸਰਵਣ ਕੀਤੇ ਉਹ ਤਾਲ ਦੇ ਘਰ ਪਹਿਲੇ ਵਿੱਚ ਗਾਉਣ ਦਾ ਹੁਕਮ ਕੀਤਾ ਸੀ ਸਤਿਗੁਰਾਂ ਨੇ। ਜਿਹੜਾ ਇਹ ਸ਼ਬਦ ਹੈ ਤੇ ਅਗਲੇਰੇ ਸ਼ਬਦ ਉਹ ਘਰ ਦੂਜੇ ਵਿੱਚ ਗਾਉਣ ਦਾ ਹੁਕਮ ਹੈ। ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਪ੍ਰਭੂ ਨਾਲ ਮਿਲਾਪ ਅਵਸਥਾ ਵਿੱਚ ਸਮਝਾ ਰਹੇ ਕਿ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਔਰ ਇਹ ਜਿਹੜਾ ਸੰਸਾਰ ਹੈ, ਸੰਸਾਰ ਦੀ ਜਿਹੜੀ ਖੇਡ ਹੈ, ਜੋ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਇਹ ਸਾਰੀ ਖੇਡ ਉਹਦੀ ਬਣਾਈ ਹੋਈ ਪ੍ਰਤੀਤ ਹੋਣ ਲੱਗ ਪੈਂਦੀ ਹੈ। ਇਹ ਭਰੋਸਾ ਬਣ ਜਾਂਦਾ ਹੈ। ਪਰ ਇਹ ਜਿਹੜੀ ਅਵਸਥਾ ਹੈ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਕਿਉਂਕਿ ਜਦੋਂ ਗੁਰੂ ਮਿਹਰ ਕਰਦਾ ਹੈ, ਕੋਈ ਮਨੁੱਖ ਆਪਾ ਭਾਉ ਗਵਾ ਲੈਂਦਾ ਹੈ ਤਾਂ ਉਸ ਵੇਲੇ ਪ੍ਰਭੂ ਮਿਲਾਪ ਦੀ ਅਵਸਥਾ ਵਿੱਚ ਕੋਈ ਇਨਸਾਨ ਜਿਉਂਦਾ ਤੇ ਸੰਸਾਰ ਦੇ ਵਿੱਚ ਉਸਨੂੰ ਹਰ ਇੱਕ ਸ਼ੈ ਫਿਰ ਰੱਬ ਦਾ ਰੂਪ ਨਜ਼ਰ ਆਉਣ ਲੱਗ ਪੈਂਦੀ ਹੈ। ਜੋ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਜੀਵਨ ਵਿੱਚ ਐਸਾ ਨਹੀਂ ਹੈ। ਅਸੀਂ ਸੰਸਾਰ ਦੇ ਇਹਨਾਂ ਸਾਰੇ ਜੀਵਾਂ ਨੂੰ ਰੱਬ ਦਾ ਰੂਪ ਕਰਕੇ ਨਹੀਂ ਦੇਖ ਪਾਉਂਦੇ। ਸਾਡੇ ਵਾਸਤੇ ਸੰਸਾਰ ਜਿਹੜਾ ਹੈ ਜਾਂ ਮਿੱਤਰ ਹੈ ਜਾਂ ਸਾਡਾ ਦੁਸ਼ਮਣ ਹੈ। ਜੋ ਸਾਡੇ ਹੱਕ ਦੀ ਗੱਲ ਕਰਦਾ ਉਹ ਮਿੱਤਰ ਲੱਗਦਾ ਹੈ, ਜਿਹੜਾ ਕਿ ਸਾਡੇ ਵਿਰੋਧ ਦੀ ਗੱਲ ਕਰਦਾ ਉਹ ਸਾਨੂੰ ਦੁਸ਼ਮਣ ਪ੍ਰਤੀਤ ਹੁੰਦਾ। ਪਰ ਇੱਕ ਐਸੀ ਵੀ ਅਵਸਥਾ ਹੈ ਜੀਵਨ ਦੀ ਜੋ ਭਗਤ ਕਬੀਰ ਸਾਹਿਬ ਸ਼ਬਦ ਵਿੱਚ ਬਿਆਨ ਕਰ ਰਹੇ ਨੇ, ਜਦੋਂ ਕਿ ਸੰਸਾਰ ਦੇ ਵਿੱਚ ਹਰ ਇੱਕ ਸ਼ੈ, ਹਰ ਇੱਕ ਜੀਵ ਉਸ ਰੱਬ ਦਾ ਹੀ ਰੂਪ ਨਜ਼ਰ ਆਉਣ ਲੱਗ ਪੈਂਦਾ ਹੈ। ਉਦੋਂ ਹੋਏਗਾ ਜਦੋਂ ਹਮਰਾ ਭਰਮ ਗਿਆ ਪੋ ਭਾਗਾ, ਜਬ ਰਾਮ ਨਾਮ ਲਿਵ ਲਾਗਾ। ਆਓ ਆਪਾਂ ਵੀ ਆਪਣੇ ਜੀਵਨ 'ਚੋਂ ਜੋ ਭਟਕਣਾ ਉਸਨੂੰ ਦੂਰ ਕਰੀਏ ਅਤੇ ਜੋ ਉਪਦੇਸ਼ ਗੁਰੂ ਪਿਤਾ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਇਸ ਉਪਦੇਸ਼ ਨਾਲ ਜੁੜੀਏ। ਪਿਆਰ ਨਾਲ ਗੁਰਮੰਤਰ ਦੀ ਸਾਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਮਨੁੱਖੀ ਜੀਵਨ ਨੂੰ ਤੱਕਦੇ ਹਾਂ ਉਸ ਵੇਲੇ ਸਾਨੂੰ ਸੰਸਾਰ ਦੇ ਵਿੱਚ ਸਭ ਕੁਝ ਭਟਕਣਾ ਹੀ ਨਜ਼ਰ ਆਉਂਦੀ ਹੈ ਅਤੇ ਸੰਸਾਰ ਦੇ ਵਿੱਚ ਅਸੀਂ ਇੱਥੇ ਕਈ ਭੁਲੇਖਿਆਂ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ। ਔਰ ਮਨੁੱਖੀ ਜੀਵਨ ਦੇ ਵਿੱਚ ਸਭ ਤੋਂ ਵੱਡਾ ਭੁਲੇਖਾ ਹੈ ਤੋਖਲਾ, ਭਰਮ, ਭਟਕਣਾ, ਸਹਿਮ, ਦੁਬਿਧਾ। ਇਹਨੂੰ ਦੁਚਿਤਾ ਵੀ ਕਹਿੰਦੇ ਆ। ਮਨੁੱਖ ਦੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਜੋ ਕੋਈ ਚੀਜ਼ ਦੁਖੀ ਕਰਦੀ ਹੈ ਉਹ ਅਸਲ ਵਿੱਚ ਭਰਮ ਹੈ। ਸੰਸਾਰ ਵਿੱਚ ਜਿਤਨੇ ਵੀ ਜੀਵ ਦੁਖੀ ਹੋ ਰਹੇ ਹਨ ਉਹਨਾਂ ਦੇ ਪਿੱਛੇ ਦਾ ਕਾਰਨ ਦੇਖਾਂਗੇ ਤੇ ਕੋਈ ਨਾ ਕੋਈ ਭਰਮ ਹੈ, ਕੋਈ ਭੁਲੇਖਾ ਹੈ। ਕਿਸੇ ਭਟਕਣਾ ਕਰਕੇ ਸੰਸਾਰ ਦੇ ਜੀਵ ਦੁਖੀ ਹੋ ਰਹੇ ਹਨ। ਕਿਉਂਕਿ ਭਰਮ ਜਦੋਂ ਪੈ ਜਾਂਦਾ ਹੈ ਤਾਂ ਉਹ ਭਰਮੀ ਮਨੁੱਖ ਜਿਹੜਾ ਹੈ ਉਹ ਕਦੇ ਸੁਖੀ ਨਹੀਂ ਰਹਿੰਦਾ। ਭਗਤ ਰਵਿਦਾਸ ਜੀ ਨੇ ਵੀ ਬੜੇ ਸੋਹਣੇ ਬਚਨ ਆਖੇ, ਮਾਧਵੇ ਕਿਆ ਕਹੀਏ ਭਰਮ ਐਸਾ। ਕੀ ਆਖੀਏ ਕਿ ਜਿਹੜਾ ਭਰਮ ਹੈ ਉਹ ਕਿਹੋ ਜਿਹਾ ਹੈ, ਕਿੱਦਾਂ ਦਾ ਹੈ।
ਭਰਮ ਦੇ ਬਾਰੇ ਜਦੋਂ ਆਪਾਂ ਵਿਚਾਰ ਕਰਦੇ ਹਾਂ ਨਾ, ਤੇ ਸਤਿਗੁਰ ਕਹਿੰਦੇ ਕੀ ਆਖੀਏ ਕਿ ਭਰਮ ਕਿਹੋ ਜਿਹਾ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਸ ਤਰ੍ਹਾਂ ਦਾ ਮੰਨੀ ਬੈਠੇ ਉਸ ਤਰ੍ਹਾਂ ਦਾ ਨਹੀਂ ਹੈ। ਇਸ ਤਰ੍ਹਾਂ ਦਾ ਅਸੀਂ ਭਰਮ ਮੰਨੀ ਬੈਠੇ ਹਾਂ। ਕਿਉਂਕਿ ਭਰਮ ਸਾਡੇ ਜੀਵਨ 'ਚ ਇਸ ਕਰਕੇ ਸਾਨੂੰ ਇਸ ਸੰਸਾਰ ਦੇ ਵਿੱਚ ਕੁਝ ਆਪਣੇ ਨਜ਼ਰ ਆਉਂਦੇ ਹਨ, ਕੁਝ ਬੇਗਾਨੇ ਨਜ਼ਰ ਆਉਂਦੇ ਹਨ। ਇਹ ਭਰਮ ਹੀ ਹੈ ਕਿ ਸਾਨੂੰ ਆਪਣੇ ਮਾਤਾ ਪਿਤਾ ਵਿੱਚੋਂ, ਭੈਣ ਭਰਾਵਾਂ ਵਿੱਚੋਂ, ਪਰਿਵਾਰ ਦੇ ਵਿੱਚੋਂ ਸਾਨੂੰ ਰੱਬ ਜੀ ਨਜ਼ਰ ਨਹੀਂ ਆਉਂਦੇ। ਕਿਉਂਕਿ ਸਾਨੂੰ ਲੱਗਦਾ ਵੀ ਇਹ ਤਾਂ ਪਤੀ ਹੈ, ਪਤਨੀ ਹੈ, ਭਰਾ ਹੈ, ਇਹ ਮਾਤਾ ਪਿਤਾ ਨੇ। ਸਾਨੂੰ ਉਹਨਾਂ ਵਿੱਚ ਕਦੇ ਰੱਬ ਦਿਖਾਈ ਨਹੀਂ ਦਿੰਦਾ, ਰੱਬ ਨਜ਼ਰ ਨਹੀਂ ਆਉਂਦਾ। ਇਹੀ ਭਰਮ ਹੈ ਸਭ ਤੋਂ ਵੱਡਾ। ਨਾ ਆਪਣਿਆਂ 'ਚੋਂ ਰੱਬ ਨਜ਼ਰ ਆਉਂਦਾ, ਨਾ ਬੇਗਾਨਿਆਂ 'ਚੋਂ ਨਜ਼ਰ ਆਉਂਦਾ। ਔਰ ਇਹਨਾਂ ਦੋਨਾਂ ਅਵਸਥਾ ਵਿੱਚ ਰੱਬ ਕਦੀ ਸਾਨੂੰ ਅਨੁਭਵ ਵੀ ਨਹੀਂ ਹੋਏਗਾ। ਕਿਉਂਕਿ ਅਨੁਭਵ ਇਸ ਕਰਕੇ ਨਹੀਂ ਹੋਣਾ। ਮਹਾਰਾਜ ਸੁਖਮਨੀ ਸਾਹਿਬ 'ਚ ਕਹਿੰਦੇ ਕਿ ਜਬ ਧਾਰੈ ਕੋ ਵੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਤੱਕ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹੋਏ ਕਿਸੇ ਨੂੰ ਵੈਰੀ, ਇਹਨੂੰ ਮਿੱਤਰ ਬਣਾਉਂਦੇ ਹਾਂ, ਅਤੇ ਸਾਡਾ ਚਿੱਤ ਜਾਂ ਤਾਂ ਵੈਰੀ ਚਲਾ ਜਾਂਦਾ ਜਾਂ ਸਾਡੇ ਮਿੱਤਰ 'ਚ ਚਲਾ ਜਾਂਦਾ। ਔਰ ਦੋਨੇ ਅਵਸਥਾ ਵਿੱਚ ਸਾਡੀ ਸੁਰਤ ਜਿੱਥੇ ਚਲੀ ਗਈ, ਰੱਬ ਦੀ ਜਿਹੜੀ ਹੋਂਦ ਹੈ ਉਹ ਸਾਡੀ ਸੁਰਤ 'ਚ ਨਹੀਂ ਆਉਣੀ। ਫਿਰ ਸਾਡੇ ਧਿਆਨ ਵਿੱਚ ਰੱਬ ਦਾ ਪ੍ਰਗਟਾਵਾ ਨਹੀਂ ਹੋਣਾ। ਔਰ ਇਹੀ ਕਾਰਨ ਹੈ ਕਿ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਦੁਖੀ ਹਾਂ। ਭਰਮੀ ਮਨੁੱਖ ਦੀ ਇੱਕ ਹਾਲਤ ਹੁੰਦੀ ਹੈ ਕਿ ਜੋ ਉਸਦੇ ਹੱਕ ਦੀ ਗੱਲ ਕਰਦਾ ਹੈ ਉਹਦੇ ਨਾਲ ਸਹਿਮਤ ਹੋ ਜਾਂਦਾ ਹੈ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ਕਿ ਇੱਕ ਮਨੁੱਖ ਬਿਮਾਰ ਹੋ ਗਿਆ। ਹਰ ਇੱਕ ਰਿਸ਼ਤੇਦਾਰ, ਸਾਗ ਸੰਬੰਧੀ, ਦੋਸਤ ਮਿੱਤਰ ਖਬਰ ਲੈਣ ਵਾਸਤੇ ਪਹੁੰਚੇ। ਜਿਤਨੇ ਵੀ ਆਏ ਹਰ ਇੱਕ ਨੇ ਆਪੋ ਆਪਣੀ ਸਲਾਹ ਦਿੱਤੀ। ਕੋਈ ਕਹਿੰਦਾ ਇਸ ਨੂੰ ਢਿੱਡ ਪੀੜ ਹੈ ਤਾਂ ਤੁਸੀਂ ਅਜਵਾਇਣ ਦਿਓ, ਕੋਈ ਕਹਿੰਦਾ ਗਰਮ ਪਾਣੀ, ਕੋਈ ਕਹਿੰਦਾ ਗਰਮ ਪਾਣੀ ਦੀ ਢਿੱਡ ਦੇ ਉੱਤੇ ਟਕੋਰ ਕਰੋ। ਕੋਈ ਆ ਕੇ ਕੋਈ ਦਵਾਈ ਦੱਸਦਾ ਵੀ ਇਹ ਦਵਾਈ ਦਿਓ, ਇਹ ਠੀਕ ਹੋ ਜਾਏਗਾ। ਜਿਤਨੇ ਵੀ ਰਿਸ਼ਤੇਦਾਰ, ਸਾਗ ਸੰਬੰਧੀ ਆਏ, ਸਾਰਿਆਂ ਨੇ ਕਿਹਾ ਵੀ ਇੱਦਾਂ ਕਰ ਲਓ। ਸਾਰਿਆਂ ਨੇ ਸਲਾਹ ਦਿੱਤੀ। ਤੁਸੀਂ ਦੇਖਦੇ ਹੋ ਜਦੋਂ ਕੋਈ ਬਿਮਾਰ ਹੁੰਦਾ, ਜਿਤਨੇ ਵੀ ਬੰਦੇ ਆਉਂਦੇ ਸਾਰੇ ਸਲਾਹ ਦਿੰਦੇ, ਸਾਰੇ ਵੈਦ ਬਣ ਕੇ ਆਉਂਦੇ ਨੇ। ਐਂ ਲੱਗਦਾ ਵੀ ਰਿਸ਼ਤੇਦਾਰ ਨਹੀਂ ਆਏ, ਸਾਰੇ ਵੈਦ ਆਏ ਨੇ ਘਰ ਦੇ ਵਿੱਚ, ਸਾਰੇ ਹਕੀਮ ਆਏ ਨੇ, ਸਾਰੇ ਸਲਾਹ ਦਿੰਦੇ ਨੇ। ਪਰ ਉਸ ਬੰਦੇ ਨੂੰ ਉਹਨਾਂ ਦੀਆਂ ਸਲਾਹਾਂ ਜਿਹੜੀਆਂ ਉਹ ਚੰਗੀ ਨਹੀਂ ਲੱਗਦੀਆਂ। ਜਿਹੜਾ ਬੰਦਾ ਬਿਮਾਰ ਹੋਵੇ ਚੰਗੀ ਨਹੀਂ ਲੱਗਦੀ ਸਲਾਹ। ਬੰਦਾ ਬਿਮਾਰ ਸੀ, ਸਾਰੇ ਆਪੋ ਆਪਣੀ ਗੱਲ ਕਰ ਰਹੇ ਸਨ, ਪਰ ਇੱਕ ਬੰਦੇ ਨੇ ਉਸਦੇ ਮਤਲਬ ਦੀ ਗੱਲ ਕੀਤੀ, ਪਰ ਉਹ ਬਹੁਤ ਪਿੱਛੇ ਖਲੋਤਾ ਹੋਇਆ ਸੀ, ਬਾਕੀ ਅੱਗੇ ਬੈਠੇ ਸਨ। ਕਿਸੇ ਨੇ ਪਿੱਛੋਂ ਕਿਹਾ, ਕਹਿੰਦੇ ਢਿੱਡ ਪੀੜ ਠੀਕ ਹੋ ਜਾਣੇ, ਇਹਨੂੰ ਦਾਰੂ ਦਿਓ, ਦਾਰੂ ਪਾਓ ਕਿ ਇਹਨੂੰ ਸ਼ਰਾਬ ਪਿਲਾਓ। ਅਤੇ ਇਹ ਸਾਰਿਆਂ ਨੂੰ ਕਹਿੰਦਾ ਹੈ ਤੁਸੀਂ ਆਪਣੀ ਆਪਣੀ ਸਲਾਹਾਂ ਦੇ ਲਈਆਂ, ਪਿਛਲੇ ਵਾਲੇ ਦੀ ਵੀ ਸੁਣ ਲਓ ਕੀ ਕਹਿੰਦਾ। ਉਹ ਜਿਹੜਾ ਪਿਛਲਾ ਵਾਲਾ ਗੱਲ ਕਰਦਾ ਉਹਦੀ ਵੀ ਗੱਲ ਸੁਣ ਲਓ ਤੁਸੀਂ। ਉਹ ਗੱਲ ਠੀਕ ਕਰ ਰਿਹਾ ਕਿਉਂਕਿ ਇਸ ਦੇ ਮਤਲਬ ਦੀ ਗੱਲ ਹੈ। ਮਨੁੱਖ ਦੀ ਇਹ ਹਾਲਤ ਹੈ ਜੀਵਨ ਦੇ ਵਿੱਚ ਕਿ ਇਸ ਨੂੰ ਆਪਣੇ ਮਤਲਬ ਦੀ ਸਲਾਹ ਚੰਗੀ ਲੱਗਦੀ ਹੈ, ਆਪਣੇ ਮਤਲਬ ਦੀ ਵਿਚਾਰ ਚੰਗੀ ਲੱਗਦੀ ਹੈ, ਪਰ ਜਿਹੜੀ ਇਸ ਦੇ ਮਤਲਬ ਦੀ ਨਹੀਂ, ਭਾਵੇਂ ਇਹਨੂੰ ਠੀਕ ਕਰ ਸਕਦੀ ਹੈ, ਇਹ ਫਿਰ ਉਸ ਨੂੰ ਐਕਸੈਪਟ ਨਹੀਂ ਕਰਦਾ, ਕਬੂਲ ਨਹੀਂ ਕਰਦਾ, ਉਸ ਵਿਚਾਰ ਨੂੰ ਮੰਨਦਾ ਨਹੀਂ ਹੈ। ਇਹ ਮਨੁੱਖੀ ਹਾਲਤ ਹੈ। ਇਸ ਕਰਕੇ ਅਸੀਂ ਦੇਖਦੇ ਵੀ ਗੁਰੂ ਸਾਹਿਬ ਸਾਨੂੰ ਜੀਵਨ ਜੀਉਣ ਦੀ ਜਾਚ ਬਖਸ਼ਦੇ ਨੇ, ਢੰਗ ਅਤੇ ਤਰੀਕਾ ਦੱਸਦੇ ਨੇ। ਪਰ ਬੰਦਾ ਜੋ ਗੁਰੂ ਸਾਹਿਬ ਜੀ ਕੋਲੋਂ ਜੀਵਨ ਜਾਚ ਲੈਂਦਾ ਨਹੀਂ, ਗੁਰੂ ਸਾਹਿਬ ਸਮਝਾਉਂਦੇ ਵੀ ਤੂੰ ਭਰਮਾਂ ਵਿੱਚ ਹੈ, ਭੁਲੇਖੇ ਵਿੱਚ ਹੈ, ਤੇਰੀ ਸੁਰਤ ਜਿਹੜੀ ਇਸ ਭਟਕਣਾ ਵਿੱਚ ਖੁੱਭੀ ਹੋਈ ਹੈ ਅੰਦਰ, ਅਤੇ ਤੂੰ ਇਹਨਾਂ ਸੰਸਾਰ ਦੇ ਜੰਜਾਲਾਂ 'ਚ ਫਸਿਆ ਹੋਇਆ। ਬੰਦਾ ਕਹਿੰਦਾ ਨਹੀਂ ਨਹੀਂ ਮੈਂ ਠੀਕ ਹਾਂ। ਨਾਲੇ ਇਹ ਗੱਲ
ਤੁਸੀਂ ਜਿਹੜੀ ਕਹਿ ਰਹੇ ਹੋ ਗੁਰੂ ਸਾਹਿਬ, ਇਹ ਮੈਨੂੰ ਚੰਗੀ ਨਹੀਂ ਲੱਗਦੀ। ਬੰਦੇ ਨੂੰ ਉਹੀ ਗੱਲ ਚੰਗੀ ਲੱਗਦੀ ਹੈ ਜਿੱਥੇ ਕਿ ਮਨੁੱਖ ਦੀ ਸੁਰਤ ਜੁੜੀ ਹੋਵੇ, ਜਿਸ ਪਾਸੇ ਮਨੁੱਖ ਦਾ ਧਿਆਨ ਗਿਆ ਹੋਵੇ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਵਿਚਰਦੇ ਹਾਂ, ਮਨੁੱਖ ਬੜੇ ਭਰਮਾਂ ਵਿੱਚ ਜ਼ਿੰਦਗੀ ਜਿਉਂਦਾ ਹੈ, ਭਟਕਣਾ ਵਿੱਚ ਜ਼ਿੰਦਗੀ ਜਿਉਂਦਾ ਹੈ। ਔਰ ਭਟਕਣਾ ਸੰਸਾਰ ਵਿੱਚ ਜੋ ਬਣੀ ਹੈ ਮਨੁੱਖ ਦੇ ਧਿਆਨ ਕਰਕੇ ਬਣੀ ਹੈ। ਜਿਸ ਪਾਸੇ ਧਿਆਨ ਚਲਾ ਗਿਆ, ਇਸ ਪਾਸੇ ਸੁਰਤ ਮਨੁੱਖ ਦੀ ਚਲੀ ਗਈ, ਇਹ ਉਸ ਭਟਕਣਾ ਵਿੱਚ, ਉਸ ਭਰਮ ਦੇ ਵਿੱਚ ਹੀ ਪੈ ਗਿਆ ਔਰ ਕੁਰਾਹੇ ਪੈ ਗਿਆ। ਭਰਮ ਹੈ ਕੀ ਹੈ? ਤੇ ਭਰਮ ਬਾਰੇ ਦੱਸਿਆ, ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਭਟਕਣਾ ਇਹੀ ਹੈ ਕਿ ਕਈ ਵਾਰੀ ਰਾਜ, ਕਹਿੰਦੇ ਰੱਸੀ ਨੂੰ, ਭਰਮੀ ਮਨੁੱਖ ਜਿਹੜਾ ਉਹ ਰੱਸੀ ਨੂੰ ਦੂਰੋਂ ਦੇਖਦਾ ਹੈ, ਹਨੇਰਾ ਹੋਵੇ ਨਾ ਤੇ ਉਹ ਸੱਪ ਸਮਝ ਲੈਂਦਾ, ਡਰ ਜਾਂਦਾ। ਅਤੇ ਕਈ ਵਾਰੀ ਹਨੇਰੇ ਵਿੱਚ, ਭੁਲੇਖੇ ਵਿੱਚ ਸੱਪ ਹੁੰਦਾ ਹੈ ਅਤੇ ਸੱਪ ਨੂੰ ਰੱਸੀ ਸਮਝ ਲੈਂਦਾ ਅਤੇ ਹੱਥ ਵਿੱਚ ਫੜ ਲੈਂਦਾ, ਕਈ ਵਾਰੀ ਆਪਣੇ ਗਲੇ 'ਚ ਵੀ ਪਾ ਲੈਂਦਾ। ਕਿਉਂਕਿ ਇਸ ਮਨੁੱਖ ਨੂੰ ਸੰਸਾਰ ਦੇ ਵਿੱਚ ਜੋ ਇਹ ਕਰ ਰਿਹਾ ਉਹ ਸਪਸ਼ਟ ਨਹੀਂ ਹੈ, ਇਹ ਭਰਮਾਂ ਦੇ ਅਧੀਨ ਕਰ ਰਿਹਾ। ਜਿਤਨੇ ਵੀ ਸਾਡੇ ਧਰਮ ਕਰਮ ਨੇ, ਮਾਫ ਕਰਨਾ, ਭਰਮਾਂ ਦੇ ਅਧੀਨ ਹਨ। ਇਸ ਕਰਕੇ ਅਸੀਂ ਦੇਖਦੇ ਹਾਂ ਜਿਤਨੇ ਕਰਮ ਕਾਂਡ ਨੇ ਹਰ ਇੱਕ ਬੰਦਾ ਕਰਨ ਨੂੰ ਤਿਆਰ ਹੈ, ਪਰ ਗੁਰੂ ਸਾਹਿਬ ਜਿਹੜੀਆਂ ਗੱਲਾਂ ਤੋਂ ਰੋਕਦੇ ਨੇ ਉਹਨਾਂ ਤੋਂ ਬੰਦਾ ਰੁਕਣ ਵਾਸਤੇ ਤਿਆਰ ਨਹੀਂ, ਉਹਨਾਂ ਗੱਲਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ। ਜਿਹੜੀ ਵਿਚਾਰ ਗੁਰੂ ਮਹਾਰਾਜ ਬਖਸ਼ੇ ਨੇ, ਇਹ ਕੰਮ ਨਹੀਂ ਕਰਨਾ, ਇਹ ਕੰਮ ਨਹੀਂ ਕਰਨਾ, ਬੰਦਾ ਕਹਿੰਦਾ ਨਹੀਂ ਇਹ ਤਾਂ ਨਹੀਂ ਛੱਡਣਾ, ਮੈਂ ਇਹ ਤਾਂ ਕਰੀ ਜਾਣਾ ਸਾਰਾ। ਇਹ ਭਰਮੀ ਮਨੁੱਖ ਦੀ ਨਿਸ਼ਾਨੀ ਹੈ। ਇਹ ਆਪਣੇ ਮਤਲਬ ਦੀ ਗੱਲ ਮੰਨਦਾ ਹੈ। ਇਸ ਕਰਕੇ ਅਸੀਂ ਦੇਖਦੇ ਬਹੁਤੇ ਲੋਕ ਕਰਮ ਕਾਂਡੀ ਜੀਵਨ ਜਿਉਂਦੇ ਆ। ਉਹਨਾਂ ਨੇ ਕਹੋ ਵੀ ਇੱਦਾਂ ਤੂੰ ਬਹਿ, ਇੱਦਾਂ ਉੱਠ, ਇੱਦਾਂ ਇਹ ਕਰ, ਬੰਦਾ ਉਸ ਨੂੰ ਕਹਿੰਦਾ ਠੀਕ ਕਹਿੰਦਾ। ਅਤੇ ਬੰਦੇ ਨੂੰ ਆਖਿਆ ਜਾਏ ਤੂੰ ਇੱਥੇ ਗਲਤ ਬੋਲਦਾ, ਇਹ ਛੱਡ ਦੇ, ਉਹ ਛੱਡਣ ਵਾਸਤੇ ਤਿਆਰ ਨਹੀਂ। ਇਹ ਜਿਹੜਾ ਕਰਮ ਤੂੰ ਕਰਦਾ, ਇਹ ਮਾੜਾ ਕਰ, ਇਹਨੂੰ ਛੱਡ ਦੇ, ਉਹ ਛੱਡਣ ਵਾਸਤੇ ਤਿਆਰ ਨਹੀਂ। ਬਾਹਰ ਦੀ ਕਰਿਆ ਬੰਦੇ ਨੂੰ ਕਹੋ ਵੀ ਇੱਦਾਂ ਤੂੰ ਚਲੀਆ ਕੱਟ ਲੈ, ਤੂੰ ਹੋਰ ਕੰਮ ਕਰ ਲੈ, ਤੂੰ ਇੱਦਾਂ ਬਹਿ ਜਾ, ਇਹ ਵਾਲੀ ਸੇਵਾ ਕਰਦੇ, ਉਸ ਵੇਲੇ ਕਰਨ ਨੂੰ ਤਿਆਰ ਹੈ। ਇਸ ਨੂੰ ਕਹੀਏ ਨਾ ਵੀ ਇੱਥੇ ਦੁੱਧ ਲੈ ਕੇ ਆ ਜਾ, ਉਹ ਆ ਜਾਏਗਾ। ਇਹ ਵੀ ਇਹ ਆਪਣਾ ਐਬ ਛੱਡ ਦੇ, ਗੁਰੂ ਸਾਹਿਬ ਜੀ ਦੀ ਗੱਲ ਨਹੀਂ ਮੰਨੇਗਾ। ਦੁੱਧ ਲੈ ਕੇ ਆ ਸਕਦਾ ਹੈ, ਫਰੂਟ ਲੈ ਕੇ ਆ ਸਕਦਾ ਹੈ, ਰੁਮਾਲੇ ਬੰਦਾ ਚੜਾ ਸਕਦਾ ਹੈ, ਪੈਸੇ ਦੇ ਸਕਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਇਹ ਜੀਵਨ 'ਚ ਤੇਰੇ ਖਾਮੀ, ਇਹਨੂੰ ਦੂਰ ਕਰ। ਇਹ ਬੰਦਾ ਨਹੀਂ ਕਰਦਾ, ਇਹੀ ਭਰਮ ਹੈ ਬਸ। ਜਿਸ ਦਿਨ ਸਾਡੇ ਜੀਵਨ ਵਿੱਚੋਂ ਇਹ ਭਟਕਣਾ ਦੂਰ ਹੋ ਗਈ, ਸਾਡੇ ਜੀਵਨ 'ਚ ਇਹ ਭਰਮ ਪਾਸੇ ਹੋ ਗਿਆ, ਜਿਹੜੇ ਭਰਮ 'ਚ ਅਸੀਂ ਜੀ ਰਹੇ ਹਾਂ, ਜਿਸ ਭਰਮ ਦੇ ਵਿੱਚ ਸੰਸਾਰ ਸਾਰਾ ਹੀ ਤੁਰਿਆ ਫਿਰਦਾ, ਜਿਹਨੂੰ ਵੀ ਵੇਖੋ ਉਹੀ ਭਰਮ ਦੇ ਵਿੱਚ, ਭੁਲੇਖਿਆਂ ਦੇ ਵਿੱਚ ਜ਼ਿੰਦਗੀ ਜਿਉਂਦਾ। ਔਰ ਰੱਬ ਦੀ ਜਿਹੜੀ ਹੋਂਦ ਹੈ ਉਸ ਤੋਂ ਮੁਨਕਰ ਹੋਇਆ ਹੋਇਆ ਮਨੁੱਖ, ਕਿਉਂਕਿ ਇਸਦਾ ਚਿੱਤ ਇਸ ਕਰਕੇ ਨਹੀਂ ਲੱਗ ਰਿਹਾ ਕਿਉਂਕਿ ਇਹ ਭਰਮੀ ਕਰਮ ਕਰਕੇ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਗੁਰਮਤਿ ਨੇ ਇੱਕ ਬੜੀ ਪਿਆਰੀ ਵਿਚਾਰ ਸਾਡੇ ਸਾਹਮਣੇ ਰੱਖੀ। ਗੁਰੂ ਸਾਹਿਬ ਮਨੁੱਖ ਮਾਤਰ ਨੂੰ ਇਹ ਗਿਆਨ ਬਖਸ਼ਦੇ ਨੇ। ਸਤਿਗੁਰ ਆਖਦੇ ਨੇ, ਕਹਿੰਦੇ ਇਹ ਜਿਹੜੀਆਂ ਅੱਖਾਂ ਨੇ ਨਾ, ਇਹ ਮਾਸ ਦਾ ਲੋਥੜਾ ਹੈ, ਅਤੇ ਇਹਨਾਂ ਅੱਖਾਂ ਦੇ ਨਾਲ ਤੂੰ ਜਗਤ ਦੇ ਸੁਆਮੀ ਨੂੰ ਦੇਖਣਾ ਚਾਹੁੰਦਾ, ਨਹੀਂ ਦੇਖ ਪਾਏਗਾ। ਮਾਸ ਦੇ ਟੁਕੜੇ ਨੇ ਸੰਸਾਰ ਦੇ ਵਿੱਚੋਂ, ਜਗਤ ਦੇ ਸੁਆਮੀ ਨੂੰ ਨਹੀਂ ਦੇਖਣਾ। ਜਦੋਂ ਵੀ ਰੱਬ ਨੂੰ ਦੇਖਣਾ, ਸਾਡੀ ਸੁਰਤ ਨੇ ਵੇਖਣਾ, ਤਾਂ ਸੁਰਤ ਸਾਡੀ ਟਿਕਾਣੇ 'ਤੇ ਨਹੀਂ ਹੁੰਦੀ, ਸੁਰਤ ਸਾਡੀ ਟਿਕਦੀ ਨਹੀਂ ਹੈ। ਦੇਖਣਾ ਸੁਰਤ ਨੇ ਹੈ। ਕਈ ਵਾਰੀ ਬੰਦਾ ਤੁਰਿਆ ਜਾ ਰਿਹਾ ਹੋਵੇ ਨਾ, ਜਾਂ ਕੋਈ ਬੰਦਾ ਖਲੋਤਾ ਹੋਵੇ, ਉਸਦੇ ਸਾਹਮਣੇ ਕੋਈ ਬੰਦਾ ਲੰਘ ਜਾਏ, ਦੂਜਾ ਬੰਦਾ ਪੁੱਛੇ ਵੀ ਇੱਕ ਬੰਦਾ ਲੰਘਿਆ ਸੀ, ਤੂੰ ਵੇਖਿਆ? ਕਹਿੰਦਾ ਮੈਨੂੰ ਧਿਆਨ ਨਹੀਂ ਹੈ। ਅੱਖਾਂ ਖੁੱਲੀਆਂ ਹੋਈਆਂ, ਬੰਦਾ ਕਹਿੰਦਾ ਮੈਨੂੰ ਧਿਆਨ ਨਹੀਂ ਹੈ। ਕਿਉਂ? ਅੱਖਾਂ ਖੁੱਲੀਆਂ ਹੋਈਆਂ, ਸੁਰਤ ਕਿਤੇ ਹੋਰ ਹੈ, ਸੁਰਤ ਉਸ ਬੰਦੇ ਵਿੱਚ ਨਹੀਂ ਹੈ। ਜੇ ਉਸ ਬੰਦੇ 'ਚ ਸੁਰਤ ਹੋਵੇ ਤਾਂ ਉਹ ਬੰਦਾ ਇਹਨੂੰ ਦਿਖਾਈ ਦੇ ਜਾਂਦਾ।
जिस बंदे विच सुरत नहीं है, उस बंदे का ख्याल नहीं है, तो अखां खुलण तो बाद भी वो बंदा नज़र नहीं आता। कई बारी कोई बंदा गल करदा है तो गल करते हुए इसनूं पुछे भी की गल करके गया बंदा, कहंदे पता नहीं। तू सुनता बड़ी गौर नाल रहा सी, कहंदे मेरा ध्यान नहीं सी। अखां ते कंन साडे साधन ने, जे साडी सुरत देख नहीं रही तो वो देखा नहीं गया, साडी सुरत सुन नहीं रही तो वो सुनिया नहीं गया। क्योंकि सुनना सुरत ने, देखना अखां ने। सुरत नहीं मतलब देखना, सुरत नहीं सुनना। तो जो आपां गुरबाणी पढ़ते हैं, गुरु के दर ते आउंदे हैं, गुस्ताखी माफ़ करना, बहुतियां दी सुरत इत्थे नहीं आउंदी। अखां तो बहुतियां दी इत्थे सारियां दी आउंदियां, जिहड़ा मत्था टेकण आ गया, कंन तो सारियां दे इत्थे आ जांदे ने। पर सच ये है कि सुरत करके वो अखां इत्थे नहीं आईयां, सुरत करके कंन इत्थे नहीं आए। गुरु अंगद देव जी महाराज का बड़ा प्यारा वचन है, सतगुर कहंदे दिसै सुनिए जानिए साओ ना पाया जाए। सुनिया भी रब हैगा, सुनिया भी रब हैगा। रब की सारे गल करते हैं कि रब दिसदा है, सुनिया रब हैगा, पर उस रब का स्वाद लैके नहीं वेख्या भी रब दे नाल जुड़ के की स्वाद आउंदा, उस नाल मिल के की आनंद आउंदा। जदों रब नाल मिलाप हुंदा उसका स्वाद की है, उसका रस की है, आनंद की है उसका। सारे कहंदे रब हैगा, दिसदा रब, सारे कहंदे सुनिया रब हैगा। केवल दिसन दी गल्लां करनियां, सुनन दी गल्लां भी रब हैगा, सुनिया दिसदा कि रब दिसदा है, पर जिन्ना चिर असी उसका स्वाद अनुभव रूप दे विच नहीं करांगे ना, उन्ना चिर खेड बननी नहीं, उसका नेड़ता हासिल नहीं होनी, तो उसका स्वाद क्यों नहीं आउंदा सानूं। असी कहंदे रहंदे रब हैगा, दिसदा है, सुनिया रब है, कहंदे रब दिखदा है। उसका एक कारण गुरु साहब गुरु अंगद देव जी महाराज ने आख्या, उसका कारण है कहंदे रूला टुंडा अंधला कैगल लगे ताए। कहंदे मनुख जिहड़ा है ना वो रूला है। रूला कहंदे जिहदे पैर नहीं हुंदे, टुंडा जिहदे हत्थ नहीं हुंदे, अंधला जिहदे अखां नहीं हन। रूला टुंडा अंधला तीन अखर वरते महाराज ने। बंदे कोल वो पैर नहीं हन, बंदे कोल वो हत्थ नहीं हन, बंदे कोल वो अखां नहीं हन, जिन्हां अखां नाल रब जी नूं वेखना है। मान लो रब जी साडे सामने आके खड़ जाण, पर साडे कोल सामने भी खलोता रब, उत्थे तक पहुँचण वास्ते पैर ना होण, उस परमात्मा नूं जफी पाउण वास्ते हत्थ ना होण, देखण वास्ते अखां ना होण, ते असीं रब जी नूं किवें वेखांगे। और यही कारण है कि माँ प्यो के रूप में रब है, भैन भरावां के रूप में रब है, पर असी भुलेखे विच भी ये थोड़ी रब हो सकते कभी, इस करके कभी जफी नहीं पाते। परिवार नूं जफी पा लैनी, भरावां नूं जफी पा लैनी, समझ लो अपने रब नूं जफी पा लैनी। क्योंकि एक रूप दे विच परमात्मा जिहड़ा सतगुर कहने तू मेरा पिता, तू है मेरा माता, तू मेरा बंधव, तू मेरा भ्राता, तू मेरा राखा, सबनी थाई तांबो केहा काड़ा जियो। और यही भुलेखा सब तो बड़ा मार कहने इस करके रब नहीं मिलता, क्योंकि तेरे कोल वो पैर नहीं हन, तेरे कोल वो हत्थ नहीं हन। बंदा कहता मेरे कोल हत्थ हैगे ने, मेरे कोल पैर भी हैगे ने, तुसीं कहंदे हो मेरे कोल अखां भी हैगियां ने। सतगुर कहंदे नहीं भाई, तेरे कोल ना पैर ने, ना हत्थ ने, ना अखां ने। हुण आपां जितने बैठे ने महाराज ने सब नूं हत्थ दिते ने, पैर ते अखां दित्तियां, पर जदों गुरु साहब नूं पुछया सिखां ने महाराज वो किहड़े पैर ने, ते सतगुर ने उत्थे फिर किरपा कीती। ते महाराज कहंदे ने, कहंदे उस परमात्मा नूं जे जाके दौड़ के मिलना है ना, ते ओ पैर दूजे ने। पहो के चरण कर पहाओ के, लोयन सुरत करे। सतगुर कहंदे ने परमात्मा दा डर ये तेरे कोल पैर ने, रब दे कोल तक पहुँचण वास्ते, रब नूं जफी पाउण वास्ते तेरे कोल प्रेम दे हत्थ ने हैगे।
ਡਰ ਰੂਪੀ ਪੈਰ ਹੈਗੇ ਤੇਰੇ ਕੋਲ, ਰੱਬ ਦਾ ਡਰ ਹੈਗਾ ਤੇਰੇ ਅੰਦਰ। ਤੇ ਲੋਇਨ ਸੁਰਤ ਕਰੇ ਮਰ, ਕਹਿੰਦੇ ਤੇਰੀਆਂ ਅੱਖਾਂ ਕੀ ਨੇ? ਉਹ ਹੈ ਸੁਰਤੀ। ਅਸਲ ਵਿੱਚ ਸੰਸਾਰ ਦੇ ਵਿੱਚ ਸਤਿਗੁਰ ਦੀ ਬਾਣੀ ਕਹਿੰਦੀ ਹੈ, ਸੁਰਤ ਬਿਹੂਨਾ ਕੋਇ ਨਾ ਕੀ। ਸੰਸਾਰ ਦੇ ਵਿੱਚ ਇੱਕ ਵੀ ਬੰਦਾ ਨਹੀਂ ਜਿਹਦੇ ਕੋਲ ਸੁਰਤ ਨਹੀਂ ਹੈ, ਜਿਹਦੇ ਅੱਖਾਂ ਨਹੀਂ ਵੀ ਨਹੀਂ, ਜਿਹਨੂੰ ਅਸੀਂ ਸੂਰਮਾ ਕਹਿੰਦੇ, ਸੁਰਤ ਉਸਦੇ ਕੋਲ ਵੀ ਹੈ। ਜਿਹਦੇ ਕੋਲ ਕੰਨ ਨਹੀਂ ਹਨ ਉਹਦੇ ਕੋਲ ਵੀ ਸੁਰਤ ਹੈ। ਜਿਹਨੂੰ ਸੁਣਦਾ ਨਹੀਂ ਹੈ, ਬੋਲਾ ਜਿਹੜਾ, ਜਿਹਦੇ ਕੋਲ ਅੱਖਾਂ ਨਹੀਂ ਹਨ ਉਹਦੇ ਕੋਲ ਵੀ ਸੁਰਤ ਹੈ। ਸੁਰਤ ਹਰ ਇੱਕ ਦੇ ਕੋਲ ਹੁੰਦੀ ਹੈ। ਸੁਰਤ ਤੋਂ ਬਿਨਾਂ ਸੰਸਾਰ 'ਚ ਗੁਰੂ ਸਾਹਿਬ ਕਹਿੰਦੇ ਕੋਈ ਹੈ ਹੀ ਨਹੀਂ ਸੰਸਾਰ 'ਚ, ਇੱਕ ਵੀ ਬੰਦਾ ਨਹੀਂ ਸੁਰਤ ਤੋਂ ਬਿਨਾਂ। ਪਰ ਉਹ ਸੁਰਤ ਧਿਆਨ ਵਾਲੀ ਸਾਡੇ ਕੋਲ ਪਿਆਰੇ ਨਹੀਂ ਹੈ। ਜਿਸ ਸੁਰਤ ਨੇ ਰੱਬ ਜੀ ਨੂੰ ਸੁਣਨਾ ਹੈ, ਜਿਸ ਸੁਰਤ ਨੇ ਦੇਖਣਾ ਪਰਮਾਤਮਾ ਨੂੰ ਅਨੁਭਵ ਰੂਪ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਇੱਕ ਕੰਮ ਕਰ, ਪੈ ਕੇ ਚਰਨ ਕਰ ਭਾਉ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਿੱਦਾਂ ਕੰਤ ਦਾ ਮਿਲਾਪ ਹੋਣਾ, ਪਰ ਇਹ ਮਿਲਾਪ ਤਾਂ ਹੋਏਗਾ ਜਦੋਂ ਸਾਡੇ ਜੀਵਨ ਵਿੱਚੋਂ ਭਰਮ ਮੁੱਕੇਗਾ, ਜਦੋਂ ਸਾਡੇ ਜੀਵਨ 'ਚ ਇਹ ਗੱਲ ਸਪਸ਼ਟ ਹੋਵੇਗੀ ਕਿ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਹਰ ਥਾਂ 'ਤੇ ਮੌਜੂਦ ਹੈ। ਜਿਵੇਂ ਇੱਕ ਸ਼ਬਦ ਮਹਾਰਾਜ ਦਾ ਆਉਂਦਾ ਹੈ, ਜਾਨੀ ਅੜਾ ਮੇਰਾ ਜਾਨੀ ਅੜਾ, ਨਿਕਟ ਖਲੋੜਾ ਮੇਰਾ ਜਾਨੀ ਅੜਾ। ਉਹ ਪਰਮਾਤਮਾ ਕਿ ਜਿਹੜਾ ਸਾਰਿਆਂ ਦੇ ਨਾਲ ਖਲੋਤਾ ਹੋਇਆ, ਇਸ ਤੋਂ ਦੂਰ ਨਹੀਂ ਹੈ। ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋੜਾ ਹਰ ਜਾਨੀ ਅੜਾ। ਉਹ ਪਰਮਾਤਮਾ ਨਿਕਟ ਵੀ ਹੈ, ਸਾਡੀ ਅੱਖਾਂ ਤੋਂ ਦਿਸਦਾ ਵੀ ਹੈ, ਪਰ ਉਹ ਸੁਰਤ ਰੂਪੀ ਅੱਖਾਂ ਨੇ। ਇਹ ਧਿਆਨ ਰੱਖਣਾ। ਇਹ ਭਰਮ ਜਿੰਨਾ ਚਿਰ ਸਾਡੇ ਜੀਵਨ 'ਚੋਂ ਜਾਂਦਾ ਨਹੀਂ ਨਾ, ਭਟਕਣਾ ਨਹੀਂ ਜਾਂਦੀ, ਭੁਲੇਖੇ ਦੂਰ ਨਹੀਂ ਹੁੰਦੇ ਸਾਡੇ ਜੀਵਨ 'ਚੋਂ। ਔਰ ਭੁਲੇਖੇ ਉਹਨਾਂ ਚਿਰ ਰਹਿਣਗੇ ਜਿੰਨਾ ਚਿਰ ਸੁਰਤ ਸੁਣਦੀ ਨਹੀਂ, ਸੁਰਤ ਦੇਖਦੀ ਨਹੀਂ। ਅਤੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ, ਗੁਰੂ ਸਾਹਿਬ ਦੀ ਬਾਣੀ ਨੂੰ, ਕੀਰਤਨ ਨੂੰ, ਕਥਾ ਨੂੰ, ਪਾਠ ਨੂੰ ਸਾਡੀ ਸੁਰਤ ਬਹੁਤ ਘੱਟ ਸੁਣਦੀ। ਉਸਦੇ ਵਾਸਤੇ ਤਾਂ ਬਹੁਤ ਵੱਡੀ ਇਕਾਗਰਤਾ ਚਾਹੀਦੀ ਹੈ। ਜਦੋਂ ਤੁਸੀਂ ਸੁਰਤ ਜੋੜ ਕੇ ਪਾਠ ਸੁਣੋਗੇ, ਸੁਰਤ ਜੋੜ ਕੇ ਕਥਾ ਕੀਰਤਨ ਸੁਣੋਗੇ, ਅੱਖਾਂ 'ਚੋਂ ਪਾਣੀ ਵਗੇਗਾ ਤੁਹਾਡੇ। ਫਿਰ ਅਵਸਥਾ ਬਣਦੀ ਹੈ ਕਿਤੇ ਜਾ ਕੇ, ਅੱਖਾਂ 'ਚੋਂ ਪਾਣੀ ਵਗਣ ਲੱਗ ਪੈਂਦਾ, ਕਿਉਂਕਿ ਉਹਦੇ ਨਾਲ ਨੇੜਤਾ ਵੱਧਦੀ ਵਾਹਿਗੁਰੂ ਜੀ ਦੇ ਨਾਲ, ਪਰਮੇਸ਼ਰ ਜੀ ਨਾਲ। ਪਰ ਕਹਿੰਦੇ ਜੋ ਨਿਕਟ ਹੈ, ਨਿਕਟ ਖਲੋਤਾ ਹੋਇਆ ਪਰ ਉਹ ਦਿਖਾਈ ਨਹੀਂ ਦਿੰਦਾ, ਅਤੇ ਨੈਣਾਂ ਦੇ ਵਿੱਚ ਹੈ ਪਰ ਦਿਖਾਈ ਨਹੀਂ ਦਿੰਦਾ। ਨੈਣ ਅਲੋਇਆ ਘਟ ਘਟ ਸੋਇਆ, ਉਹ ਨੈਣਾਂ ਦੇ ਵਿੱਚੋਂ ਦਿਖਾਈ ਦਿੰਦਾ ਸੁਰਤ ਰੂਪੀ, ਕਿਉਂਕਿ ਉਹ ਘਟ ਘਟ ਦੇ ਵਿੱਚ ਵਸਿਆ ਹੋਇਆ। ਅਤ ਅੰਮ੍ਰਿਤ ਪ੍ਰੈ ਗੂੜਾ, ਉਹ ਅੰਮ੍ਰਿਤ ਰੂਪ ਦੇ ਵਿੱਚ ਹੈ। ਪਰ ਇਹਦਾ ਅਰਥ ਪਰਮਾਤਮਾ ਅਤ ਗੂੜਾ ਹੈ, ਨਾਲ ਹੋ ਬੰਦਾ। ਪਰ ਹੈਰਾਨੀ ਦੀ ਗੱਲ ਹੈ ਤਾਂ ਪਰਮਾਤਮਾ ਨਿਕਟ ਹੈ, ਅਤੇ ਅੱਖਾਂ ਦੇ ਰਾਹੀਂ ਉਹਨੂੰ ਦੇਖਿਆ ਜਾ ਸਕਦਾ ਹੈ ਪਰਮਾਤਮਾ ਨੂੰ। ਕਹਿੰਦੇ ਨਾਲ ਹੋਵਨ ਦਾ ਲਹਿ ਨਾ ਸਕੰਦਾ। ਕਹਿੰਦੇ ਉਹ ਪਰਮਾਤਮਾ ਨਾਲ ਰਹਿੰਦਾ ਹੈ, ਪਰ ਉਸਨੂੰ ਲੈ ਨਹੀਂ ਸਕਦੇ ਸੀ, ਪ੍ਰਾਪਤ ਨਹੀਂ ਕੀਤਾ। ਕਿਉਂ ਨਹੀਂ ਕੀਤਾ ਪਰਮਾਤਮਾ ਨੂੰ ਪ੍ਰਾਪਤ? ਸੁਆਉ ਨਾ ਜਾਣੈ ਮੂੜਾ, ਮੂਰਖ ਜੋ ਉਹਦਾ ਸਵਾਦ ਨਹੀਂ ਜਾਣਦਾ। ਪਰਮਾਤਮਾ ਜਿਹੜਾ ਹੈ ਉਹ ਸਾਡੇ ਨਾਲ ਹੈ, ਪਰ ਉਸਨੂੰ ਅਸੀਂ ਪ੍ਰਾਪਤ ਨਹੀਂ ਕਰ ਸਕੇ, ਉਹਦਾ ਸਵਾਦ ਨਹੀਂ ਜਾਣ ਸਕੇ। ਨਾਲ ਹੋਵਨ ਦਾ ਲਹਿ ਨਾ ਸਕੰਦਾ, ਸੁਆਉ ਨਾ ਜਾਣੈ ਮੂੜਾ, ਮਾਇਆ ਮਦ ਮਾਤਾ ਹੋਛੀ ਪਾਤਾ, ਮਿਲ ਨਾ ਜਾਈ ਭਰਮ ਧੜਾ। ਜਦੋਂ ਤੱਕ ਜੀਵਨ 'ਚ ਭਰਮ ਹੈ ਨਾ, ਭਰਮ ਰੂਪੀ ਧੜਾ ਬਣਿਆ ਹੋਇਆ ਅੰਦਰ, ਬੇਅੰਤ ਧੜੇ ਸਾਡੇ ਅੰਦਰ ਬਣੇ ਹੋਏ ਨੇ ਮੇਰ ਤੇਰ ਦੇ ਅੰਦਰ। ਔਰ ਬਣੇ ਕਿਉਂ ਨੇ? ਕਿਉਂਕਿ ਮਾਇਆ ਮਦ ਮਾਤਾ, ਅਸੀਂ ਮਾਇਆ ਦੇ ਮਦ ਵਿੱਚ ਮੱਤੇ ਹੋਏ ਹਾਂ। ਹੋਛੀ ਬਾਤਾਂ, ਅਤੇ ਹੋਛੀਆਂ ਬਾਤਾਂ ਸਾਨੂੰ ਚੰਗੀਆਂ ਲੱਗਦੀਆਂ। ਚੰਗੀ ਗੱਲ, ਚੰਗੀ ਬਾਤ ਸਾਨੂੰ ਚੁਭਦੀ ਹੈ। ਹੋਛੀ ਬਾਤਾਂ, ਊਲ ਜਲੂਲ ਗੱਲਾਂ ਸਾਨੂੰ ਪਿਆਰੀਆਂ ਲੱਗਦੀਆਂ। ਜਿੱਥੇ ਸਾਡੀ ਅੰਦਰ ਦੇ ਮੈਨੂੰ ਕੋਈ ਚੀਜ਼ ਸੱਟ ਮਾਰੇ ਨਾ, ਭਾਵੇਂ ਉਹ ਕਥਾ ਹੋਵੇ, ਕੀਰਤਨ ਹੋਵੇ, ਵਿਚਾਰ ਹੋਵੇ, ਉਹ ਅਸੀਂ ਇੱਕਦਮ ਹਟਾ ਦਿੰਦੇ ਹਾਂ। ਪਰ ਜਿੱਥੇ ਸਾਡੇ ਜੋ ਊਲ ਜਲੂਲ ਚੀਜ਼ਾਂ ਨੇ ਉਹ ਸਾਨੂੰ ਪ੍ਰਭਾਵਿਤ ਕਰਦੀਆਂ,
ਉਲਝ ਜਲੂਲ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ, ਉਹਨਾਂ ਵਿੱਚ ਅਸੀਂ ਬੜਾ ਰਸ ਲੈਂਦੇ, ਉਲਝ ਜਲੂਲ ਚੀਜ਼ਾਂ। ਕਿਉਂ? ਕਿਉਂਕਿ ਅਸੀਂ ਭਰਮਾਂ ਦੇ ਵਿੱਚ ਪਏ ਹੋਏ ਹਾਂ। ਸਤਿਗੁਰ ਕਹਿੰਦੇ ਨੇ ਇਸ ਕਰਕੇ ਉਸ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ। ਤੇ ਇਹ ਭਰਮ ਕਿਵੇਂ ਮੁੱਕ ਸਕਦਾ? ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਗੁਰੂ ਤੋਂ ਬਿਨਾਂ ਇਹ ਗੱਲ ਸਮਝ ਨਹੀਂ ਆਉਣੀ ਕਿ ਉਹ ਪਰਮਾਤਮਾ ਸਭ ਦੇ ਨਾਲ ਹੀ ਖਲੋਤਾ ਹੈ, ਸਭ ਦੇ ਨਾਲ ਵਸਦਾ ਹੈ। ਇਹੀ ਭਰਮ ਭੁਲੇਖਾ ਕਿ ਅਸੀਂ ਆਪਣੇ ਪਰਿਵਾਰ ਵਿੱਚ, ਆਪਣੇ ਵੱਡਿਆਂ ਵਿੱਚ, ਆਪਣੇ ਆਪ ਦੇ ਵਿੱਚ ਉਸ ਰੱਬ ਨੂੰ ਨਹੀਂ ਦੇਖ ਪਾ ਰਹੇ। ਔਰ ਇਸ ਭੁਲੇਖੇ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਉਹ ਪਰਮਾਤਮਾ ਦੀ ਹੋਂਦ ਦਾ ਪ੍ਰਗਟਾਵਾ ਨਹੀਂ ਹੋ ਰਿਹਾ। ਔਰ ਮਾਫ਼ ਕਰਨਾ ਮੈਨੂੰ, ਅਸੀਂ ਚਾਹੁੰਦੇ ਵੀ ਨਹੀਂ ਹਾਂ। ਅਸੀਂ ਗੱਲਾਂ ਵੀ ਉਹ ਚਾਹੁੰਦੇ ਹਾਂ, ਕਥਾ ਕੀਰਤਨ ਵੀ ਉਹ ਚਾਹੁੰਦੇ ਹਾਂ ਜਿੱਥੇ ਕਿ ਸਾਡੀ ਮੈਂ ਨੂੰ ਪੱਠੇ ਪੈਣ, ਹੰਕਾਰ ਨੂੰ ਪੱਠੇ ਪੈਣ, ਸਾਡੇ ਹੰਕਾਰ 'ਚ ਵਾਧਾ ਹੋਵੇ। ਸਾਡੇ ਹੰਕਾਰ ਦੇ ਵਾਧੇ ਦੀ ਕੋਈ ਗੱਲ ਕਰੇ ਸਾਨੂੰ ਬੜਾ ਪਿਆਰਾ ਲੱਗਦਾ। ਸੱਚੀ ਗੱਲ ਹੈ। ਜਿੱਥੇ ਸਾਡੇ ਹੰਕਾਰ ਦੇ ਵਾਧੇ ਦੀ ਕੋਈ ਗੱਲ ਕਰੇ ਨਾ, ਉਹ ਬੜਾ ਪਿਆਰਾ ਲੱਗਦਾ ਸਾਨੂੰ। ਪਰ ਜਿੱਥੇ ਕਿਤੇ ਸਾਡੇ ਹੰਕਾਰ ਨੂੰ ਤੋੜਨ ਵਾਲੀ ਕੋਈ ਗੱਲ ਕਰੇ ਨਾ, ਉਹ ਸਾਨੂੰ ਚੰਗਾ ਨਹੀਂ ਲੱਗਦਾ, ਉਹ ਪਿਆਰਾ ਨਹੀਂ ਲੱਗਦਾ। ਕਿਉਂ? ਕਿਉਂਕਿ ਉਹ ਗੱਲ ਅੰਦਰ ਨੂੰ ਫਿਰ ਜੋ ਸਾਡੇ ਨਾਲ ਖਾਈ ਜਾਂਦੀ ਹੈ, ਵੀ ਇਹ ਮੇਰਾ ਜੀਵਨ ਬਾਰੇ ਕਹੀ ਜਾਂਦਾ, ਮੇਰੀਆਂ ਖਾਮੀਆਂ ਦੱਸੀ ਜਾਂਦਾ। ਖਾਮੀਆਂ ਕੋਈ ਸੁਣਨਾ ਨਹੀਂ ਚਾਹੁੰਦਾ, ਆਪਣੀ ਬੁਰਾਈ ਕੋਈ ਸੁਣਨਾ ਨਹੀਂ ਚਾਹੁੰਦਾ। ਅਸੀਂ ਸਭ ਆਪਣੀ ਚੰਗਿਆਈਆਂ ਸੁਣਨਾ ਚਾਹੁੰਦੇ ਹਾਂ। ਇਹੀ ਭਰਮ ਭੁਲੇਖਾ ਸਾਡੇ ਜੀਵਨ ਦਾ। ਤੇ ਕਬੀਰ ਸਾਹਿਬ ਕਹਿੰਦੇ ਹੁਣ ਖੇਡ ਬਣ ਗਈ। ਕਹਿੰਦੇ ਹਮਰਾ ਭਰਮ ਗਿਆ ਉਹ ਭਾਗਾ। ਕਹਿੰਦੇ ਮੇਰੇ ਜੀਵਨ 'ਚੋਂ ਮੇਰਾ ਭੁਲੇਖਾ ਦੂਰ ਹੋ ਗਿਆ। ਮੈਨੂੰ ਗੱਲ ਸਮਝ ਆ ਗਈ ਕਿ ਪ੍ਰਭੂ ਤੋਂ ਬਿਨਾਂ ਕੋਈ ਹੋਰ ਹਸਤੀ ਜਿਹੜੀ ਹੈ ਉਸ ਸੰਸਾਰ ਦੇ ਵਿੱਚ, ਜਗਤ ਵਿੱਚ ਨਹੀਂ ਹੈ। ਇੱਕ ਰੱਬ ਰੂਪੀ ਹਸਤੀ ਹੈ ਜਿਹੜਾ ਸਾਰੇ ਸੰਸਾਰ ਦੇ ਵਿੱਚ ਵਿਦਵਾਨ ਹੈ। ਸਾਰੇ ਰੱਬ ਦੇ ਰੂਪ ਨੇ। ਕਹਿੰਦੇ ਭਰਮ ਦੂਰ ਹੋ ਗਿਆ। ਤੇ ਜਦੋਂ ਇਹ ਕਹਿੰਦੇ ਭਰਮ ਭੁਲੇਖਾ ਦੂਰ ਹੋਇਆ ਨਾ, ਹਮਰਾ ਭਰਮ ਗਿਆ ਪੋਹ ਭਾਗਾ, ਜਦੋਂ ਇਹ ਭੁਲੇਖਾ ਦੂਰ ਹੋ ਗਿਆ ਨਾ, ਤੇ ਪੋਹ ਦਾ ਅਰਥ ਹੈ ਡਰ ਭਾਗਾ। ਜਿਹੜੇ ਡਰੇ ਹੋਏ ਸਨ ਨਾ, ਉਹ ਡਰ ਵੀ ਜੀਵਨ 'ਚ ਦੂਰ ਹੋ ਗਿਆ। ਇਹ ਭਰਮਾਂ ਕਰਕੇ ਡਰ ਹੈ ਸਾਨੂੰ, ਭੁਲੇਖਿਆਂ ਕਰਕੇ ਡਰ ਹੈ। ਲੋਕ ਕੀ ਕਹਿਣਗੇ? ਜੇ ਅਸੀਂ ਸੱਚੇ ਸਿੱਖ ਬਣ ਗਏ, ਲੋਕ ਕੀ ਕਹਿਣਗੇ? ਅਸੀਂ ਲੋਕ ਲਾਜ ਨਾ ਕੀਤੀ, ਲੋਕ ਕੀ ਕਹਿਣਗੇ? ਅਸੀਂ ਲੋਕਾਂ ਵਾਂਗ ਵਿਖਾਵਾ ਨਹੀਂ ਕੀਤਾ ਤੇ ਲੋਕ ਕੀ ਕਹਿਣਗੇ? ਇਹ ਡਰ ਕਰਕੇ ਹੀ ਤਾਂ ਅਸੀਂ ਵਿਖਾਵੇ ਕਰ ਰਹੇ ਹਾਂ ਜਿਸ ਸੰਸਾਰ ਦੇ ਵਿੱਚ। ਡਰ ਕਰਕੇ ਤਾਂ ਬਹੁਤ ਸਾਰੇ ਕੰਮ ਡਰ ਕਰਕੇ ਕਰ ਰਹੇ। ਲੋਕ ਕੀ ਕਹਿਣਗੇ? ਲੋਕਾਂ ਨੂੰ ਡਰੇ ਹੋਏ, ਅਸੀਂ ਸਹਿਮੇ ਹੋਏ ਹਾਂ ਸੰਸਾਰ 'ਚ ਵੀ ਲੋਕ ਪਤਾ ਨਹੀਂ ਕੀ ਕਹਿਣਗੇ। ਇਸ ਕਰਕੇ ਅਜੇ ਸਾਡੇ ਸਮਾਜ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ, ਬਹੁਤ ਸਾਰੀਆਂ ਬੁਰਾਈਆਂ ਘਰ ਕਰ ਗਈਆਂ ਸਾਡੇ ਜੀਵਨ 'ਚ, ਕਿਉਂਕਿ ਲੋਕ ਕੀ ਕਹਿਣਗੇ। ਸਾਨੂੰ ਲੋਕਾਂ ਦੀ ਪਰਵਾਹ ਜ਼ਿਆਦਾ ਹੈ ਆਪਣੇ ਜੀਵਨ ਦੇ ਵਿੱਚ, ਆਪਣੀ ਖੁਸ਼ਹਾਲੀ ਦੀ ਪਰਵਾਹ ਨਹੀਂ। ਵੀ ਮੇਰੇ ਘਰ 'ਚ ਸ਼ਾਂਤੀ ਕਿਵੇਂ ਆਉਣੀ ਹੈ, ਮੇਰੇ ਘਰ ਦੇ ਵਿੱਚ ਟਿਕਾਓ ਕਿਵੇਂ ਆਉਣਾ, ਮੇਰਾ ਅੰਦਰਲਾ ਕਿਵੇਂ ਟਿਕਣਾ, ਇਹ ਸਾਨੂੰ ਕਿਸੇ ਨੂੰ ਪਰਵਾਹ ਨਹੀਂ। ਤੇ ਜਦੋਂ ਜੀਵਨ 'ਚੋਂ ਭੁਲੇਖਾ ਦੂਰ ਹੋ ਗਿਆ ਤੇ ਹੁਣ ਕੋਈ ਡਰ ਵੀ ਨਹੀਂ ਰਹਿੰਦਾ। ਕਬੀਰ ਸਾਹਿਬ ਨੇ ਡਰ ਵੀ ਚਲਾ, ਕਿਉਂਕਿ ਕਿਤੋਂ ਉੱਪਰੋਂ ਨਹੀਂ ਸੀ ਆਇਆ। ਕਿਉਂਕਿ ਡਰ ਜਿਹੜਾ ਸੀ ਉਹ ਅੰਦਰ ਹੀ ਪੈਦਾ ਹੋ ਗਿਆ ਸੀ ਸਾਡੇ, ਕਿਤੇ ਹੋਰ ਪਾਸੇ ਨਹੀਂ ਆਇਆ। ਪਰ ਇਹ ਕੰਮ ਕਦੋਂ ਹੋਇਆ ਕਿ ਜਦੋਂ ਭਰਮ ਵੀ ਸਾਰੇ ਦੂਰ ਹੋ ਗਏ ਜੀਵਨ 'ਚੋਂ ਤੇ ਡਰ ਵੀ ਚਲਾ ਗਿਆ। ਜਬ ਰਾਮ ਨਾਮ ਚਿੱਤ ਲਾਗਾ, ਜਦੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿੱਚ ਗਿੱਝ ਗਿਆ, ਪਰਮਾਤਮਾ ਦੇ ਨਾਮ ਨਾਲ ਜੁੜ ਗਿਆ, ਫਿਰ ਖੇਡ ਬਣ ਗਈ, ਸਾਰੇ ਭਰਮ ਹੀ ਖਤਮ ਹੋ ਗਏ। ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਜੁੜ ਜਾਏਗਾ ਨਾ, ਜੀਵਨ 'ਚ ਕੋਈ ਭੁਲੇਖਾ ਨਹੀਂ ਰਹੇਗਾ। ਭੁਲੇਖਾ ਉਨਾ ਚਿਰ ਹੈ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਹੁਣ ਤਾਂ ਪਹਿਲਾਂ ਲੱਗਦਾ ਸੀ ਵੀ ਸਮੁੰਦਰ ਦਾ ਪਾਣੀ ਵੱਖਰਾ, ਇਹ ਲਹਿਰਾਂ ਵੱਖਰੀਆਂ। ਪਰ ਜਦੋਂ ਸਮਝ ਆ ਗਈ ਨਾ ਤੇ ਪਤਾ ਚੱਲਿਆ ਵੀ ਇਹ ਜਿਹੜੇ ਲਹਿਰਾਂ ਸਨ ਇਹ ਉਸ ਸਮੁੰਦਰ ਦੇ ਪਾਣੀ ਵਿੱਚੋਂ ਹੀ ਉੱਠੀਆਂ ਸਨ, ਇਹ ਵੱਖਰੀਆਂ ਨਹੀਂ ਸਨ। ਪਹਿਲਾਂ ਮੈਂ ਆਪਣੀ ਹਸਤੀ ਨੂੰ ਰੱਬ ਤੋਂ ਵੱਖਰੀ ਸਮਝਦਾ ਸੀ, ਪਰ ਮੈਨੂੰ ਪਤਾ ਚੱਲਿਆ ਇਹ ਹਸਤੀ ਬਣੀ ਰੱਬ ਤੋਂ ਹੈ, ਮੇਰੀ ਆਪਣੀ ਕੋਈ ਹੋਂਦ ਨਹੀਂ ਹੈ। ਇਹ ਤਾਂ ਮੇਰੇ ਵਾਹਿਗੁਰੂ ਜੀ ਦੀ ਦਾਤ ਹੈ।
ਅੰਦਰ ਦਾ ਭੁਲੇਖਾ ਦੂਰ ਹੋ ਗਿਆ। ਜਦੋਂ ਵਾਹਿਗੁਰੂ ਜੀ ਦੇ ਨਾਲ ਚਿੱਤ ਜੁੜਿਆ, ਵਾਹਿਗੁਰੂ ਜੀ ਨਾਲ ਸਾਂਝ ਬਣੀ, ਫਿਰ ਭਗਤ ਜੀ ਕਹਿਣ ਲੱਗੇ, ਕਹਿੰਦੇ ਦੋਏ ਦੋਏ ਲੋਚਨ ਪੇਖਾ ਹੂੰ ਹਰ ਬਿਨ ਔਰ ਨਾ ਦੇਖਾਂ। ਹੁਣ ਮੈਂ ਕਹਿੰਦੇ ਜਿੱਧਰ ਵੀ ਅੱਖਾਂ ਖੋਲ੍ਹ ਕੇ ਵੇਖਦਾ ਹਾਂ, ਤੱਕਦਾ ਹਾਂ, ਅਤੇ ਹੂੰ ਹਰ ਬਿਨ ਔਰ ਨਾ ਦੇਖਾਂ, ਮੈਨੂੰ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦਿਖਾਈ ਨਹੀਂ ਦਿੰਦਾ। ਦੇਖੋ ਇਹ ਭੁਲੇਖੇ ਨੇ ਅੱਜ ਜੀਵਨ ਵਿੱਚ ਯਾਦ ਰੱਖਣਾ ਸਾਡੇ। ਮੈਂ ਕਈ ਵਾਰੀ ਦੁਨਿਆਵੀ ਗੱਲ ਤਾਂ ਕਰਦਾ ਵੀ ਗੱਲ ਪਕੜ ਵਿੱਚ ਆ ਜਾਏ। ਇੱਕ ਸੱਸ ਹੈ, ਘਰ ਵਿੱਚ ਨੂੰਹ ਹੈ, ਛੋਟਾ ਬੱਚਾ ਹੈ, ਕਿਤੇ ਸੱਸ ਨੇ ਆਪਰੇਸ਼ਨ ਕਰਾਇਆ ਸੀ ਅਤੇ ਨੂੰਹ ਰਾਣੀ ਨੇ ਕੁਛ ਸਮਾਂ ਜਦੋਂ ਲੰਘ ਗਿਆ ਅਤੇ ਕਿਹਾ, ਕਹਿੰਦੇ ਮਾਤਾ ਜੀ ਬੱਚਾ ਫੜ ਲਓ ਅਤੇ ਮੈਂ ਘਰ ਦੇ ਕੰਮ ਕਰਨੇ। ਸੱਸ ਕਹਿੰਦੀ ਤੈਨੂੰ ਪਤਾ ਨਹੀਂ, ਤੂੰ ਮੈਨੂੰ ਮਾਰਨਾ ਚਾਹੁੰਦੀ, ਮੇਰਾ ਆਪਰੇਸ਼ਨ ਹੋਇਆ, ਡਾਕਟਰ ਨੇ ਵਜ਼ਨ ਉਠਾਉਣ ਨੂੰ ਮਨਾ ਕੀਤਾ। 2 ਦਿਨ ਬਾਅਦ ਆਪਣੀ ਧੀ ਆਈ, ਧੀ ਦੇ ਨਾਲ ਉਹਦਾ ਪੁੱਤਰ ਆਇਆ, ਦੋਹਤਰਾ ਆਇਆ ਘਰ ਵਿੱਚ, ਉਹਨੂੰ ਖਿਡਾਈ ਫਿਰਦੀ ਹੈ। ਧੀ ਦਾ ਪੁੱਤਰ ਚੰਗਾ ਲੱਗਦਾ, ਆਪਣੀ ਨੂੰਹ ਦਾ ਪੁੱਤਰ ਚੰਗਾ ਨਹੀਂ ਲੱਗਦਾ। ਇਹ ਭੁਲੇਖੇ ਸਾਡੇ ਜੀਵਨ 'ਚ। ਉਸ ਵਾਸਤੇ ਡਾਕਟਰ ਨੇ ਮਨਾ ਨਹੀਂ ਕੀਤਾ। ਫਿਰ ਉਹੀ ਬੀਬੀ ਜਿਹੜੀ ਕਹਿੰਦੀ ਹੈ ਆਪਣੇ ਨੂੰਹ ਨੂੰ ਵੀ ਮੈਨੂੰ ਮਨਾ ਕੀਤਾ ਵਜ਼ਨ ਉਠਾਉਣ ਨੂੰ, ਉਹ ਜਦੋਂ ਸਾਧ ਸੰਤ ਦੇ ਡੇਰੇ ਜਾਂਦੀ ਹੈ ਨਾ, ਮਾਫ਼ ਕਰਨਾ, ਉੱਥੇ ਜਾ ਕੇ 20-20 ਕਿਲੋ ਦੀਆਂ ਬਾਲਟੀਆਂ ਚੱਕ ਕੇ ਪੋਚੇ ਮਾਰੀ ਜਾਂਦੀ ਹੈ। ਉੱਥੇ ਵਜ਼ਨ ਉਠਾਉਣ ਨੂੰ ਮਨਾ ਨਹੀਂ ਕੀਤਾ। ਬੱਚਾ ਆਪਣਾ ਬੱਚਾ ਖਿਡਾਉਣ ਵਾਸਤੇ ਮਨਾ। ਇਹ ਭੁਲੇਖੇ ਨੇ ਨਾ ਸਾਡੇ, ਜਿਨ੍ਹਾਂ ਭੁਲੇਖਿਆਂ ਵਿੱਚ ਅੱਜ ਅਸੀਂ ਜੀ ਰਹੇ ਹਾਂ। ਰੱਬ ਜੀ ਤੋਂ ਦੂਰ ਹਾਂ ਅਸੀਂ ਸਾਰੇ। ਆਪਣੇ ਘਰ 'ਚ ਕੰਮ ਨਹੀਂ ਹੁੰਦਾ, ਉੱਥੇ ਜਾ ਕੇ ਅਸੀਂ ਸੇਵਾ ਵੀ ਕਰਨੀ, ਉੱਥੇ ਜਾ ਕੇ ਸਾਰਾ ਕੁਝ ਕਰਨਾ, ਪਰ ਘਰ ਦੇ ਵਿੱਚ ਜੋ ਨੂੰਹ ਨੂੰ ਕਹਿੰਦੀ ਤੂੰ ਮਾਰਨਾ ਚਾਹੁੰਦੀ, ਸਿਆਣੀ ਨੂੰਹ ਸੀ, ਚੁੱਪ ਕਰ ਗਈ। ਕਿਉਂ? ਕਿਉਂਕਿ ਅਸੀਂ ਜੋ ਰੱਬ ਵੇਖਿਆ ਨਹੀਂ ਉਹਨਾਂ ਦੇ ਅੰਦਰ, ਰੱਬ ਦੇ ਦੀਦਾਰ ਨਹੀਂ ਹੋਏ। ਦੇਖੋ ਨਾ, ਸਮਾਜਿਕ ਹਾਲਤ ਜਦੋਂ ਅਸੀਂ ਦੇਖਦੇ ਨਾ, ਉਹੀ ਬੀਬੀ ਹੁੰਦੀ ਹੈ, ਉਹੀ ਮਾਤਾ ਹੁੰਦੀ ਹੈ, ਜਦੋਂ ਨੂੰਹ ਕਦੇ ਕਹਿ ਦੇਵੇ ਨਾ ਵੀ ਮੈਨੂੰ ਇੱਕ ਜੋੜੀ ਸੂਟ ਦਾ ਬਣਾ ਦਿਓ, ਤਾਂ ਉਹਨੂੰ ਔਖਾ ਹੁੰਦਾ ਹੈ। ਆਪਣੇ ਪੇਕਿਓ ਘਰੋਂ ਨਹੀਂ ਲਿਆ ਸਕਦੀ ਤੂੰ, ਪਰ ਜਦੋਂ ਉਹਦੀ ਧੀ ਆਵੇ ਉਹਨੂੰ 4 ਸੂਟ ਬਣਾ ਕੇ ਦੇ ਦਿੰਦੀ, ਉਹਨੂੰ ਕੋਈ ਜ਼ੋਰ ਨਹੀਂ ਪੈਂਦਾ। ਕਿਉਂ? ਕਿਉਂਕਿ ਆਪਸ ਦੇ ਵਿੱਚ ਉਸਨੇ ਧੀ ਨੂੰ ਨੂੰਹ ਨੂੰ ਇੱਕ ਨਹੀਂ ਸਮਝਿਆ। ਇਹ ਭੁਲੇਖਿਆਂ 'ਚ ਜਿੰਦੇ ਸੀ। ਇਹ ਭਰਮ ਸਾਡੇ ਖਤਮ ਨਹੀਂ ਹੁੰਦੇ। ਮੈਂ ਬੇਨਤੀ ਕਰਾਂ, ਜਿੰਨਾ ਚਿਰ ਇਸ ਤਰ੍ਹਾਂ ਦੇ ਭਰਮ ਭੁਲੇਖੇ ਜੀਵਨ 'ਚ ਨੇ, ਉਨਾ ਚਿਰ ਰੱਬ ਜੀ ਦੀ ਹੋਂਦ ਜਿਹੜੀ ਹੈ ਉਹ ਸਾਨੂੰ ਦਿਖਾਈ ਨਹੀਂ ਦੇ ਸਕਦੀ। ਉਹਦੀ ਹਸਤੀ ਦੇ ਨੇੜੇ ਅਸੀਂ ਨਹੀਂ ਹੋ ਸਕਦੇ, ਕਿਉਂਕਿ ਸਾਨੂੰ ਘਰ ਦੇ ਵਿੱਚ ਹੀ ਕੋਈ ਚੰਗਾ ਲੱਗ ਰਿਹਾ, ਕੋਈ ਮਾੜਾ ਲੱਗ ਰਿਹਾ। ਸਾਨੂੰ ਸਾਰੇ ਰੱਬ ਦੇ ਰੂਪ ਨਜ਼ਰ ਹੀ ਨਹੀਂ ਆ ਰਹੇ। ਅਤੇ ਭਗਤ ਜੀ ਕਹਿੰਦੇ ਹੁਣ ਮੈਂ ਜਿੱਧਰ ਵੀ ਵੇਖਦਾ, ਆਓ ਕਿ ਦੋਵੇਂ ਅੱਖਾਂ ਦੇ ਨਾਲ ਦੋਏ ਦੋਏ ਲੋਚਨ, ਦੋਹੀਂ ਅੱਖੀ ਪਾਓ। ਚੰਗੀ ਤਰ੍ਹਾਂ ਜਦੋਂ ਅੱਖਾਂ ਖੋਲ੍ਹ ਕੇ ਵੇਖਦਾ ਨਾ, ਅਤੇ ਮੈਨੂੰ ਹਰੀ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ। ਸਾਰੇ ਪਾਸੇ ਉਹ ਰੱਬ ਹੀ ਦਿਸਦਾ ਹੈ। ਅਤੇ ਫਿਰ ਕਹਿਣ ਲੱਗੇ ਨੈਣ ਰਹੇ ਰੰਗ ਲਾਈ, ਮੇਰੀ ਅੱਖਾਂ ਪ੍ਰਭੂ ਨਾਲ ਪਿਆਰ ਲਈ ਲਾਈ ਬੈਠੀਆਂ ਹਨ, ਉਹਦੇ ਪ੍ਰੇਮ 'ਚ ਰੰਗੀਆਂ ਗਈਆਂ। ਮੈਨੂੰ ਹਰ ਪਾਸੇ ਪ੍ਰਭੂ ਹੀ ਦਿਸਦਾ, ਕਿਉਂਕਿ ਇਸ ਕਰਕੇ ਮੇਰਾ ਪ੍ਰੇਮ ਪੈ ਗਿਆ ਰੱਬ ਜੀ ਨਾਲ। ਜਦੋਂ ਸਾਰਿਆਂ ਵਿੱਚ ਰੱਬ ਦਿਖਾਈ ਦੇਗਾ ਨਾ, ਸਾਡੇ ਅੰਦਰ ਦੇ ਭੁਲੇਖੇ ਜਦੋਂ ਮੁੱਕ ਜਾਣਗੇ ਜੀਵਨ 'ਚੋਂ, ਆਪਣਾ ਅਤੇ ਪਰਾਇਆ, ਵਿਗਾਨਾ, ਇਹ ਵਿਗਾਨਾ ਹੈ, ਮੇਰਾ ਆਪਣਾ ਹੈ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ, ਜਦੋਂ ਇਹ ਭਰਮ ਸਾਡੇ ਜੀਵਨ 'ਚੋਂ ਟੁੱਟ ਜਾਣਗੇ, ਫਿਰ ਇਹਨਾਂ ਅੱਖਾਂ ਵਿੱਚ ਸਾਰੇ ਰੱਬ ਦੇ ਰੂਪ ਨਜ਼ਰ ਆਉਣਗੇ। ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਅਤੇ ਅਬ ਬੇਗਲ ਕਹਿ ਰਹਿਣ ਨਾ ਜਾਈ। ਹੁਣ ਮੈਂ ਤੋਂ ਕੋਈ ਹੋਰ ਗੱਲ ਆਖੀ ਨਹੀਂ ਜਾਂਦੀ। ਪਾਓ ਕਿ ਹੋਰ ਕੋਈ ਗੱਲ ਜੀਵਨ 'ਚ ਰਹਿ ਹੀ ਨਹੀਂ ਗਈ। ਪਾਓ ਪ੍ਰਭੂ ਤੋਂ ਬਿਨਾਂ ਹੋਰ ਕੋਈ ਹਸਤੀ ਵੀ ਜਗਤ ਵਿੱਚ ਹੈ। ਕਹਿੰਦੇ ਇਹ ਗੱਲ ਮੈਂ ਕਹਿ ਨਹੀਂ ਸਕਦਾ। ਹੁਣ ਇਹ ਆਖਣ ਜੋਗਾ ਨਹੀਂ ਰਿਹਾ ਕਿ ਪ੍ਰਭੂ ਤੋਂ ਬਿਨਾਂ ਕੋਈ ਹੋਰ ਵੀ ਕਿਤੇ ਹੈ। ਹੁਣ ਦੂਜੀ ਗੱਲ ਤਾਂ ਮੇਰੇ ਕੋਲ ਹੈ ਹੀ ਨਹੀਂ ਰੱਬ ਤੋਂ ਬਿਨਾਂ। ਹੁਣ ਤਾਂ ਮੇਰੇ ਵਾਸਤੇ ਤਾਂ ਜੋ ਵੀ ਕੁਛ ਦਿਖਾਈ ਦੇ ਰਿਹਾ ਸੰਸਾਰ ਦੇ ਵਿੱਚ, ਉਹ ਸਭ ਰੱਬ ਦਾ ਰੂਪ ਦਿਖਾਈ ਦੇ ਰਿਹਾ। ਜਹ ਜਹ ਪੇਖੋਂ ਤਹ ਹਜੂਰ ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬਤਰ ਮੈਂ ਮਨ ਸਦਾ ਤਿਹਾਈ। ਸਾਰਿਆਂ 'ਚ ਉਹੀ ਨਜ਼ਰ ਆ ਰਿਹਾ। ਕਬੀਰ ਸਾਹਿਬ ਕਹਿਣ ਲੱਗੇ। ਫਿਰ ਅਗਲੇ ਵਚਨ ਕੀਤੇ, ਕਹਿੰਦੇ ਬਾਜੀ ਕਰ ਡੰਕ ਵਜਾਈ। ਮੈਨੂੰ ਹੁਣ ਇਉਂ ਦਿਖਦਾ ਕਿ ਜਦੋਂ ਪਰਮਾਤਮਾ ਪ੍ਰਭੂ ਨੇ ਇਸ ਸੰਸਾਰ ਦੀ ਜਿਹੜੀ ਨਾ ਡੁਗਡੁਗੀ ਵਜਾਈ ਹੋਈ ਹੈ, ਇਸ ਸੰਸਾਰ ਨੂੰ ਉਸਨੇ ਆਪ ਹੀ ਉਹ ਚਲਾ ਰਿਹਾ, ਅਕਾਲ ਪੁਰਖ ਵਾਹਿਗੁਰੂ।
ਇਹ ਤਮਾਸ਼ਾ ਸੰਸਾਰ ਦਾ ਉਸਨੇ ਆਪ ਹੀ ਕੀਤਾ ਹੋਇਆ। ਇਸ ਤਮਾਸ਼ੇ ਵਿੱਚ ਜਿਵੇਂ ਕਿ ਤਮਾਸ਼ਾ ਦਿਖਾਉਣ ਵਾਲਾ ਆਉਂਦਾ ਨਾ, ਬਾਂਦਰ ਨਚਾਉਂਦਾ, ਉਹ ਡੁਗਡੁਗੀ ਵਜਾਉਂਦਾ, ਬਾਂਦਰ ਉਸਦੇ ਇਸ਼ਾਰੇ 'ਤੇ ਨੱਚਦਾ। ਜਦੋਂ ਸਾਡੇ ਭਰਮ ਭੁਲੇਖੇ ਚਲੇ ਗਏ ਤੇ ਸਾਰੇ ਜੀਵ ਪਰਮਾਤਮਾ ਦੇ ਇਸ਼ਾਰੇ 'ਤੇ ਨੱਚਦੇ ਹੋਏ ਨਜ਼ਰ ਆਉਣਗੇ। ਇਹਨਾਂ ਦੇ ਹੱਥ 'ਚ ਕੁਛ ਨਹੀਂ ਹੈ। ਕੱਲ੍ਹ ਅਸੀਂ ਵਚਨ ਸਰਵਣ ਕੀਤਾ ਸੀ, ਮੁੱਖ ਵਾਗ ਰੂਪ ਦੇ ਵਿੱਚ ਮਹਾਰਾਜ ਨੇ ਕਿਹਾ ਸੀ, ਕਹਿੰਦੇ ਸੰਸਾਰ ਵਿੱਚ ਜਦੋਂ ਮੈਂ ਵੇਖਦਾ ਰੱਬ ਦੇ ਪਿਆਰੇ ਦੀ ਇੱਕ ਅਵਸਥਾ ਹੁੰਦੀ ਹੈ, ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਕਿਉਂ ਨਹੀਂ ਗਵਾਉਂਦਾ ਆਪਣਾ ਗੁਣ? ਕਹਿੰਦੇ ਉਸ ਨੂੰ ਸਮਝ ਆ ਜਾਂਦੀ ਹੈ, ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ। ਹਰੀ ਦਾ ਜਨ ਕਹਿੰਦਾ ਜੋ ਕੁਛ ਕਰ ਰਿਹਾ ਵਾਹਿਗੁਰੂ ਆਪ ਹੀ ਕਰ ਰਿਹਾ, ਅਤੇ ਆਪੇ ਹੀ ਕਾਰ ਕਰਾ ਰਿਹਾ ਜੀਵਾਂ ਪਾਸੋਂ। ਜੇ ਕੋਈ ਨਿੰਦਾ ਦੇ ਕੰਮ 'ਚ ਲੱਗਿਆ ਨਾ, ਕੋਈ ਮੇਰੀ ਨਿੰਦਾ ਕਰ ਰਿਹਾ, ਅਤੇ ਉਹ ਕਹਿੰਦਾ ਹਰੀ ਪਰਮਾਤਮਾ ਆਪ ਹੀ ਤਾਂ ਲੱਗਿਆ ਹੋਇਆ, ਕੋਈ ਹੋਰ ਥੋੜ੍ਹੀ ਕਰ ਰਿਹਾ। ਮੇਰਾ ਕੁਝ ਭਲਾ ਕਰਨਾ ਚਾਹੁੰਦਾ ਮੇਰਾ ਮਾਲਕ। ਕਈ ਵਾਰੀ ਜਦੋਂ ਸਾਡੀ ਨਿੰਦਾ ਹੁੰਦੀ ਹੈ ਨਾ, ਅਸੀਂ ਉਹਨੇ ਦੋਹਰੇ ਸਾਵਧਾਨ ਹੋ ਜਾਂਦੇ। ਸਾਡੀ ਕੋਈ ਬੁਰਾਈ ਕਰਦਾ, ਅਸੀਂ ਸਾਵਧਾਨ ਹੋ ਕੇ ਜ਼ਿੰਦਗੀ ਜਿਉਂਦੇ ਹਾਂ, ਅਤੇ ਸਾਡਾ ਤਾਂ ਭਲਾ ਹੋ ਗਿਆ ਨਾ। ਨਹੀਂ ਤਾਂ ਬੇਸਾਵਧਾਨ ਸਾਂ, ਜੀਵਨ ਦੇ ਵਿੱਚ ਕੋਈ ਗੱਲਬਾਤ ਬਣਨੀ ਨਹੀਂ ਸੀ। ਪਰ ਕਿਸੇ ਨੇ ਸਾਡੀ ਨਿੰਦਾ ਕੀਤੀ, ਸਾਨੂੰ ਮਾੜਾ ਆਖਿਆ, ਸਾਡੇ ਜੀਵਨ ਨੂੰ ਸੁਧਾਰ ਦਿੱਤਾ। ਇੱਕ ਘਟਨਾ ਮੈਂ ਪੜ੍ਹ ਰਿਹਾ ਸੀ ਕਬੀਰ ਸਾਹਿਬ ਜੀ ਦੇ ਜੀਵਨ ਦੀ। ਉਹਨਾਂ ਦਾ ਜਿਹੜਾ ਪੁੱਤਰ ਸੀ, ਕਹਿੰਦੇ ਕਮਾਲ, ਕਹਿੰਦੇ ਨੇ ਉਹ ਰੋਜ਼ ਜਾਂਦਾ ਸੀ, ਇੱਕ ਪੰਡਤ ਸੀ, ਅਤੇ ਉਹ ਜਦੋਂ ਸਤਸੰਗ ਕਰਦਾ ਸੀ ਨਾ, ਅਤੇ ਸਤਸੰਗ ਕਰਦੇ ਕਰਦੇ ਰੋਜ਼ ਕਬੀਰ ਸਾਹਿਬ ਜੀ ਦੀ ਨਿੰਦਾ ਜ਼ਰੂਰ ਕਰਨੀ। ਕਹਿੰਦੇ ਕਬੀਰ ਸਾਹਿਬ ਦੇ ਪੁੱਤਰ ਨੇ ਕਬੀਰ ਸਾਹਿਬ ਜੀ ਨੂੰ ਆ ਕੇ ਦੱਸਣਾ ਕਿ ਫਲਾਣੇ ਪੰਡਤ ਦੇ ਸਤਸੰਗ 'ਚ ਮੈਂ ਗਿਆ ਸੀ, ਅਤੇ ਉਹ ਗੱਲਾਂ ਵੀ ਤੁਹਾਡੀ ਨਿੰਦਾ ਬੜੀ ਕਰਦਾ ਹੈ, ਰੋਜ਼ ਨਿੰਦਾ ਕਰਦਾ ਹੈ। ਕਬੀਰ ਸਾਹਿਬ ਕਹਿੰਦੇ ਜੀ ਬੜੀ ਚੰਗੀ ਗੱਲ ਹੈ, ਮੇਰੀ ਨਿੰਦਾ ਕਰਦੇ, ਕੰਮ ਕਰ ਬੇਟਾ, ਉਹਨੂੰ ਜੋ ਪ੍ਰਸਾਦਾ ਪਾਣੀ ਲਿਜਾਇਆ ਕਰ। ਉਹ ਰੋਜ਼ ਸਤਸੰਗ 'ਚ ਜਾਵੇ ਪੰਡਤ ਦੀ, ਅਤੇ ਪ੍ਰਸਾਦਾ ਪਾਣੀ ਖੀਰ ਬਣਾ ਕੇ ਲਿਜਾਵੇ, ਪੰਡਤ ਜੀ ਨੂੰ ਛਕਾਵੇ। ਪੰਡਤ ਬੜਾ ਖੁਸ਼, ਵੀ ਮੌਜਾਂ ਲੱਗੀਆਂ ਹੋਈਆਂ। ਪਰ ਇਹ ਨਹੀਂ ਸੀ ਪਤਾ ਵੀ ਜਿਹੜਾ ਖੀਰ ਖਿਲਾਉਣ ਵਾਲਾ ਇਹ ਕਬੀਰ ਸਾਹਿਬ ਦਾ ਪੁੱਤਰ ਹੈ। ਸਾਲੋਂ ਵੱਧੀ ਸਮਾਂ ਲੰਘ ਗਿਆ, ਅਤੇ ਕਿਸੇ ਨੇ ਦੱਸਿਆ ਵੀ ਜਿਸ ਕਬੀਰ ਦੀ ਤੂੰ ਰੋਜ਼ ਨਿੰਦਾ ਕਰਦਾ, ਉਸ ਕਬੀਰ ਦੇ ਘਰੋਂ ਤਾਂ ਤੈਨੂੰ ਖੀਰ ਆਉਂਦੀ ਹੈ, ਇਹ ਉਹਦਾ ਪੁੱਤਰ ਹੈ, ਲੈ ਕੇ ਆਉਂਦਾ। ਅੱਜ ਕਬੀਰ ਸਾਹਿਬ ਜੀ ਬੜੀ ਉਸਤਤ ਕੀਤੀ ਵੀ ਕਬੀਰ ਸਾਹਿਬ ਦੀ ਮੈਂ ਪੂਰਾ ਸਾਲ ਨਿੰਦਾ ਕਰਦਾ ਰਿਹਾ, ਪਰ ਉਹਨਾਂ ਨੇ ਮੈਨੂੰ ਰੋਜ਼ ਪ੍ਰਸਾਦਾ ਭੇਜਿਆ, ਮੇਰੀ ਬੜੀ ਸੇਵਾ ਕੀਤੀ। ਕਬੀਰ ਸਾਹਿਬ ਦੇ ਪੁੱਤਰ ਨੇ ਆ ਕੇ ਦੱਸਿਆ ਵੀ ਇੱਦਾਂ ਇੱਦਾਂ ਕਬੀਰ ਸਾਹਿਬ ਜੀ ਨੂੰ ਕਿਹਾ ਵੀ ਉਹ ਪੰਡਤ ਅੱਜ ਤੁਹਾਡੀ ਬੜੀ ਉਸਤਤ ਕਰਦਾ ਸੀ। ਅਤੇ ਅਗਲੇ ਦਿਨ ਤੋਂ ਜੋ ਪੁੱਤਰ ਤਾਂ ਗਿਆ, ਪਰ ਖੀਰ ਲੈ ਕੇ ਨਹੀਂ ਗਿਆ। 1 ਦਿਨ ਲੰਘ ਗਿਆ, 2 ਦਿਨ ਲੰਘ ਗਿਆ, 4 ਦਿਨ ਲੰਘ ਗਏ। ਪੰਡਤ ਨੇ ਪੁੱਛਿਆ ਵੀ ਕੀ ਗੱਲ? ਮੈਂ ਅੱਗੇ ਕਬੀਰ ਸਾਹਿਬ ਦੀ ਨਿੰਦਾ ਕਰਦਾ ਸੀ, ਰੋਜ਼ ਖੀਰ ਪੂੜੀਆਂ ਪ੍ਰਸਾਦੇ ਲੈ ਕੇ ਆਉਂਦਾ ਸੀ, ਅਤੇ ਜਦੋਂ ਤੋਂ ਮੈਂ ਵਡਿਆਈ ਕਰਨੀ ਸ਼ੁਰੂ ਕੀਤੀ ਤੂੰ ਕੁਝ ਲਿਆਂਦਾ ਨਹੀਂ। ਕਹਿੰਦਾ ਮੇਰੇ ਪਿਤਾ ਕਹਿੰਦੇ ਹੁਣ ਪਹਿਲਾਂ ਉਹ ਸਾਡਾ ਕੰਮ ਕਰਦਾ ਸੀ, ਸਾਡੀ ਨੌਕਰੀ ਕਰਦਾ ਸੀ, ਅਤੇ ਅਸੀਂ ਉਹਨੂੰ ਪ੍ਰਸਾਦਾ ਛਕਾ ਦਿੰਦੇ ਸੀ, ਉਹਨੇ ਸਾਡਾ ਕੰਮ ਕਰਨਾ ਬੰਦ ਕਰ ਦਿੱਤਾ, ਅਸੀਂ ਖੀਰ ਦੇਣੀ ਬੰਦ ਕਰ ਦਿੱਤੀ। ਪਹਿਲਾਂ ਨਿੰਦਾ ਕਰਦਾ ਸੀ, ਸਾਡਾ ਕੰਮ ਕਰਦਾ ਸੀ। ਔਰ ਇਸ ਪ੍ਰਥਾ ਇਹ ਸਾਖੀ ਵੀ ਹੈ, ਅਤੇ ਨਾਲ ਬਚਨ ਵੀ ਕਬੀਰ ਸਾਹਿਬ ਜੀ ਜਦੋਂ ਅਸੀਂ ਪੜ੍ਹਦੇ ਹਾਂ ਨਾ, ਜਦੋਂ ਰੂਹਾਨੀ ਜੀਵਨ ਦੀ ਗੱਲ ਕਰਾਂਗੇ ਤਾਂ ਕਬੀਰ ਸਾਹਿਬ ਨੇ ਬੜਾ ਸਪਸ਼ਟ ਲਿਖਿਆ ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਕਹਿੰਦੇ ਸੰਸਾਰ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਨਿੰਦੋ, ਰੱਜ ਕੇ ਜਿਤਨਾ ਮਰਜ਼ੀ ਨਿੰਦੋ, ਨਿੰਦਕ ਹਮਰੇ ਕਪਰੇ ਧੋਈ। ਕਹਿੰਦੇ ਨੇ ਕਬੀਰ ਸਾਹਿਬ ਜੀ ਦੇ ਪੁੱਤਰ ਨੂੰ ਪੰਡਤ ਜੀ ਨੇ ਜਦੋਂ ਕਿਹਾ, ਕਹਿੰਦੇ ਸਾਡੇ ਪਿਤਾ ਜੀ ਕਹਿੰਦੇ ਨਾ ਤੁਸੀਂ ਸਾਡੇ ਪਿਤਾ ਜੀ ਦੇ ਕੱਪੜੇ ਧੋਂਦੇ ਸੀ, ਹੁਣ ਕਹਿੰਦੇ ਕੱਪੜੇ ਧੋਣੇ ਬੰਦ ਕਰ ਦਿੱਤੇ, ਅਸੀਂ ਪ੍ਰਸਾਦਾ ਛਕਾਉਣਾ ਬੰਦ ਕਰ ਦਿੱਤਾ। ਕਹਿੰਦੇ ਮੈਂ ਕਿਹੜੇ ਕੱਪੜੇ ਧੋਂਦਾ ਸੀ? ਕਹਿੰਦੇ ਨਿੰਦਾ ਕਰਕੇ ਉਹਨਾਂ ਦੇ ਸਾਰੇ ਕੱਪੜੇ ਧੋ ਦਿੰਦੇ ਸੀ, ਸਾਰੀਆਂ ਬੁਰਾਈਆਂ ਤੁਸੀਂ ਧੋ ਦਿੰਦੇ ਸਨ। ਇਸ ਕਰਕੇ ਗੁਰਬਾਣੀ ਨੇ ਨਿੰਦਾ ਨੂੰ ਸਭ ਤੋਂ ਮਾੜਾ ਆਖਿਆ। ਮੈਂ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀ, ਮੂਰਖ ਮੁਗਦ ਕਰਨ, ਮੂੰਹ ਕਾਲੇ ਤਿਨਾ ਨਿੰਦਕਾ, ਨਰਕੇ ਕੋਰ ਪਵੇ। ਪਰ ਨਿੰਦਾ ਕਿਸੇ ਦੀ ਵੀ ਚੰਗੀ ਨਹੀਂ ਹੈ। ਪਰ ਅਸੀਂ ਜੀਵਨ ਅਜਾਈ ਜਿਹੜਾ ਸੰਸਾਰ ਵਿੱਚ ਜੀ ਰਹੇ ਹਾਂ, ਅਤੇ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਖਲਕਤ ਦੇ ਵਿੱਚ ਹੋ ਰਿਹਾ ਜਿਹੜਾ ਸੰਸਾਰ ਦੇ ਵਿੱਚ ਜੋ ਵੀ ਕੋਈ ਕੰਮ ਹੋ ਰਿਹਾ ਹੈ, ਜੋ ਵੀ ਕਾਰਜ ਹੋ ਰਿਹਾ ਹੈ, ਇਹ ਅਸਲ ਵਿੱਚ ਸੰਸਾਰ ਦੇ ਜੀਵਾਂ ਨੂੰ ਜਿਸ ਪਾਸੇ ਵੀ ਪਰਮਾਤਮਾ ਨੇ ਲਾਇਆ ਹੈ,
ਇਹ ਆਪ ਉਹ ਤਮਾਸ਼ਾ ਦਿਖਾਉਣ ਵਾਲਾ ਹੈ ਜਿਹੜਾ ਲੋਕਾਂ ਨੂੰ ਆ ਕੇ ਤਮਾਸ਼ਾ ਦਿਖਾਉਂਦਾ, ਡੁਗਡੁਗੀ ਵਜਾਉਂਦਾ ਹੈ, ਬੰਧਨ ਨਚਾਉਂਦਾ ਹੈ। ਇਸ ਤਰ੍ਹਾਂ ਪਰਮੇਸ਼ਰ ਆਪ ਸਾਨੂੰ ਨਚਾਉਂਦਾ ਹੈ। ਤਾਂ ਹੀ ਅਸੀਂ ਬਾਣੀ 'ਚ ਪੜ੍ਹਦੇ ਹਾਂ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਜੋ ਉਹਨੂੰ ਭਾਉਂਦਾ ਉਹੀ ਗੱਲ ਚੰਗੀ ਹੈ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਸਭ ਖਲਕ ਤਮਾਸ਼ੇ ਆਈ, ਸਾਰੀ ਖਲਕਤ ਜਗਤ ਤਮਾਸ਼ਾ ਵੇਖਣ ਆ ਜਾਂਦੀ ਹੈ। ਕਹਿੰਦੇ ਬਾਜੀਗਰ ਸਵਾਂਗ ਸਕੇਲਾ, ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ, ਆਪਣੇ ਰੰਗ ਰਵੈ ਇਕੱਲਾ, ਤਾਂ ਇਕੱਲਾ ਆਪ ਹੀ ਆਪ ਆਪਣੀ ਮੌਜ ਵਿੱਚ ਰਹਿ ਜਾਂਦਾ, ਬਾਕੀ ਤਾਂ ਸਾਰੇ ਚਲੇ ਜਾਂਦੇ ਨੇ। ਜਿਹੜੇ ਖੇਡ ਦੇਖਣ ਆਏ ਹੁੰਦੇ ਨੇ ਉਹ ਬਾਕੀ ਤਾਂ ਚਲੇ ਜਾਂਦੇ, ਬਾਜੀਗਰ ਹੀ ਲੱਗਿਆ ਹੁੰਦਾ ਆਪਣੀ ਖੇਡ ਸਮੇਟਣ ਲੱਗੇ, ਬਾਕੀ ਤਾਂ ਤਮਾਸ਼ਾ ਵੇਖਿਆ, ਤਮਾਸ਼ਬੀਨ ਚਲੇ ਗਏ। ਅਤੇ ਇਸ ਤਰ੍ਹਾਂ ਹੀ ਪਰਮਾਤਮਾ ਕਰਦਾ ਹੈ। ਮਾਰ ਕਹਿੰਦੇ ਪਰਮਾਤਮਾ ਹੀ ਉਹ ਕਹਿੰਦੇ ਜੋ ਬਾਜੀਗਰ ਹੈ, ਜਿਹਨੇ ਸੰਸਾਰ ਦੇ ਵਿੱਚ ਇਹ ਪਸਾਰਾ ਪਸਾਰਿਆ। ਇਹਨੂੰ ਤੁਸੀਂ ਪੜ੍ਹਦੇ ਹੋ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਉਸਨੇ ਪਸਾਰਾ ਕਰ ਦਿੱਤਾ, ਫਿਰ ਕੀ ਕਰੇਗਾ? ਸਭ ਦੇ ਉਪਦ ਪਰਲੋ ਹੋਵੇ। ਸ਼ਬਦ ਤੋਂ ਉਤਪੱਤੀ ਕਰ ਦਿੱਤੀ ਆਪਣੇ ਹੁਕਮ ਵਿੱਚੋਂ, ਆਪਣਾ ਹੁਕਮ ਕਰ ਦੇਣਾ, ਪਰਲੋ ਕਰ ਦੇਣੀ, ਸਾਰੇ ਤਮਾਸ਼ੇ ਨੂੰ ਸਮੇਟ ਲੈਣਾ ਅਕਾਲ ਪੁਰਖ ਵਾਹਿਗੁਰੂ ਜੀ ਨੇ। ਉਹਦੇ ਵਾਸਤੇ ਤਾਂ ਖੇਡ ਹੀ ਹੈ ਨਾ, ਆਵਨ ਜਾਨ ਨੇ ਖੇਲ ਬਣਾਇਆ, ਆਗਿਆਕਾਰੀ ਕੀ ਨਹੀਂ ਮਾਇਆ। ਉਸਦੇ ਵਾਸਤੇ ਇੱਕ ਖੇਡ ਹੈ, ਭਗਤ ਕਬੀਰ ਸਾਹਿਬ ਕਹਿੰਦੇ। ਫਿਰ ਭਗਤ ਜੀ ਕਹਿਣ ਲੱਗੇ, ਕਹਿੰਦੇ ਕਥਨੀ ਕਹਿ ਭਰਮ ਨਾ ਜਾਈ, ਕਹਿੰਦੇ ਪਰ ਇਹ ਦੁਐਤ ਦਾ ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੋਣਾ। ਆਪਾਂ ਜਿੰਨਾ ਮਰਜ਼ੀ ਕਥਨ ਕਰੀ ਜਾਈਏ, ਰੱਬ ਨੂੰ ਵੱਡਾ ਵੱਡਾ ਕਹੀ ਜਾਈਏ, ਗੁਰੂ ਦੀ ਵਡਿਆਈ ਕਰੀ ਜਾਈਏ, ਇਕੱਲੇ ਕਥਨ ਕਰਨ ਦੇ ਨਾਲ ਖੇਡ ਨਹੀਂ ਬਣੀ, ਜਿੰਨਾ ਚਿਰ ਕਥਨ ਕਰਨ ਵਾਲੀਆਂ ਗੱਲਾਂ ਨੂੰ ਆਪਾਂ ਆਪਣੇ ਜੀਵਨ 'ਚ ਵਸਾਉਂਦੇ ਨਹੀਂ ਹਾਂ। ਆਪਾਂ ਸੋਚਦੇ ਵੀ ਕਥਨ ਕਰਨ ਦੇ ਨਾਲ ਖੇਡ ਬਣ ਜਾਣੀ, ਜਪਜੀ ਸਾਹਿਬ ਫੜ ਕੇ ਖੇਡ ਬਣ ਜਾਏਗੀ, ਮਾਫ਼ ਕਰਨਾ ਨਹੀਂ ਬਣਨੀ। ਜੇ ਕਥਨ ਹੀ ਕਰਦੇ ਰਹੇ ਅਤੇ ਉਹਨਾਂ ਗੱਲਾਂ ਨੂੰ ਜੀਵਨ 'ਚ ਵਸਾਇਆ ਨਹੀਂ, ਖੇਡ ਨਹੀਂ ਬਣਨੀ। ਬਾਣੀ ਪੜ੍ਹਨੀ ਚੰਗੀ ਗੱਲ ਹੈ, ਨਿਤਨੇਮ ਕਰਨਾ ਚੰਗੀ ਗੱਲ ਹੈ, ਸਹਿਜ ਪਾਠ ਕਰਨਾ ਚੰਗੀ ਗੱਲ ਹੈ। ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਮੈ, ਸਭ ਗਾਮੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਇਆ ਸੁਣਿਆ ਉਹਨਾਂ ਦਾ ਥਾਂ ਪੈਣਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ। ਕਥਨ ਕਰੀ ਜਾਣ ਨਾਲ ਕੀ ਹੋਣਾ? ਕਥਨ ਕਰਨ ਦੇ ਨਾਲ ਅੰਦਰ ਜਿਹੜੇ ਭਰਮ ਭੁਲੇਖੇ ਨੇ, ਭਟਕਣਾ ਇਹ ਨਹੀਂ ਜਾਣੀ, ਸਗੋਂ ਜੋ ਕਥਨ ਕਰਦੇ ਉਹਨੂੰ ਜੀਵਨ 'ਚ ਵਸਾ ਲਈਏ ਸੀ, ਫਿਰ ਕੋਈ ਭਰਮ ਭੁਲੇਖਾ ਨਹੀਂ ਰਹਿਣਾ। ਇਹੀ ਕਾਰਨ ਹੈ ਕਿ ਅਸੀਂ ਬਾਣੀ ਵੀ ਪੜ੍ਹਦੇ ਹਾਂ ਅਤੇ ਲੋਕ ਮੌਲੀ ਵੀ ਬੰਨੀ ਜਾਂਦੇ ਹਾਂ, ਅਤੇ ਬਾਣੀ ਵੀ ਪੜ੍ਹਦੇ ਹਾਂ, ਫਿਰ ਜੋ ਪੀਰ ਨੂੰ ਚਾਦਰ ਵੀ ਚੜ੍ਹਾਈ ਜਾਂਦੇ ਹਾਂ। ਬਾਣੀ ਵੀ ਪੜ੍ਹਦੇ ਹਾਂ, ਫਿਰ ਸ਼ਨੀ ਦੇ ਮੰਦਰ ਤੇਲ ਵੀ ਚੋਈ ਜਾਂਦੇ ਹਾਂ। ਬਾਣੀ ਵੀ ਪੜ੍ਹਦੇ, ਬਾਕੀ ਸਾਰੇ ਹੀ ਕੰਮ ਕਰੀ ਜਾਂਦੇ, ਕਥਨ ਤਾਂ ਕਰੀ ਜਾਂਦੇ, ਬਾਣੀ ਰੋਜ਼ ਪੜ੍ਹੀ ਜਾ ਰਿਹਾ, ਪਰ ਭਰਮ ਕੋਈ ਛੱਡਿਆ ਨਹੀਂ। ਕੋਈ ਕਥਨ ਕਰਨ ਨਾਲ ਥੋੜ੍ਹੀ ਭਰਮ ਜਾਣਾ, ਗੁਰੂ ਦੀ ਗੱਲ ਨੂੰ ਮੰਨਣ ਨਾਲ ਭਰਮ ਜਾਣਾ। ਜਦੋਂ ਤੱਕ ਸੁਣ ਕੇ ਮੰਨਾਂਗੇ ਨਾ, ਖੇਡ ਬਣਨੀ ਨਹੀਂ। ਵੈਸੇ ਅਸੀਂ ਪੜ੍ਹਦੇ ਹਾਂ ਕਿ ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਭਗਤਾਂ ਦੇ ਮਨ ਵਿੱਚ ਸਦਾ ਖੇੜਾ ਰਹਿੰਦਾ ਹੈ, ਪਰ ਅਸੀਂ ਭਗਤ ਕੇਵਲ ਕਥਨ ਕਰਨ ਵਾਲੇ ਭਗਤ ਹਾਂ। ਭਗਤ ਉਹ ਨਹੀਂ ਬਣੇ ਜਿਹੜੇ ਭਗਤ ਅੰਦਰੋਂ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ। ਅਤੇ ਕਥਨੀ ਕਹਿ ਕੇ ਕਵੀ ਸਕਣ ਇਹ ਭਰਮ ਨਹੀਂ ਜਾਂਦਾ, ਸਭ ਕਥਕਤ ਰਹੀ ਲੁਕਾਈ। ਨਿਰੀਆਂ ਗੱਲਾਂ ਕਰ ਕਰਕੇ ਤਾਂ ਸਾਰੀ ਲੁਕਾਈ ਕਹਿੰਦੇ ਨੇ ਇਹ ਥੱਕ ਚੁੱਕੀ ਹੈ। ਕਿਸੇ ਨੂੰ ਆਪਣੇ ਅੰਦਰੋਂ ਦੁਐਤ ਭਾਵ ਜਿਹੜਾ ਹੈ ਉਹ ਦੂਰ ਕਰਨ ਦਾ ਸੁਭਾਅ ਕਿਦਾ ਬਣਿਆ ਹੀ ਨਹੀਂ, ਦੁਐਤ ਭਾਵ ਕਿਸੇ ਦਾ ਗਿਆ ਹੀ ਨਹੀਂ। ਸਾਰੇ ਸੰਸਾਰ ਕਥ ਕੇ ਰਹਿ ਗਿਆ, ਪਰ ਦੁਐਤ ਭਾਵਨਾ ਛੱਡੀ ਨਹੀਂ, ਮੇਰ ਤੇਰ ਛੱਡੀ ਨਹੀਂ ਅੰਦਰੋਂ। ਕਥਨ ਕਰੀ ਜਾ ਰਹੇ, ਮੇਰ ਤੇਰ ਨਹੀਂ ਕਰਨੀ ਚਾਹੀਦੀ। ਕਹੀ ਜਾ ਰਹੇ ਪਰਮਾਤਮਾ ਨਿਰਭਉ ਹੈ, ਪਰਮਾਤਮਾ ਨਿਰਵੈਰ ਹੈ, ਸਭ ਦੇ ਨਾਲ ਤਾਂ ਵੈਰ ਕਰਕੇ ਬੈਠੇ ਹੋਏ ਹਾਂ। ਪਰਮਾਤਮਾ ਨਿਰਭਉ ਹੈ, ਡਰੇ ਹੋਏ ਜੀਵਨ ਜੀ ਰਹੇ ਹਾਂ, ਕਥਨ ਕਰੀ ਜਾਂਦੇ ਹਾਂ। ਕਬੀਰ ਸਾਹਿਬ ਕਹਿੰਦੇ ਕਥਨ ਕਰਨ ਨਾਲ ਖੇਡ ਨਹੀਂ ਬਣਨੀ। ਜਾ ਕੋ ਗੁਰਮੁਖ ਆਪ ਬੁਝਾਈ, ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਰਾਹੀਂ ਸਮਝਾ ਦਿੰਦਾ ਹੈ, ਤਾਂ ਕਿ ਹਿਰਦੇ ਰਿਆ ਸਮਾਈ, ਉਸਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਸ ਜਾਂਦੇ, ਵਾਹਿਗੁਰੂ ਜੀ ਦਾ ਵਾਸਾ ਹੋ ਜਾਂਦਾ ਹੈ, ਸੱਚ ਉਹਨਾਂ ਦੇ ਜੀਵਨ 'ਚ ਉਤਰ ਜਾਂਦਾ ਹੈ। ਜਦੋਂ ਕੋਈ ਗੁਰੂ ਦੇ ਸਨਮੁਖ ਹੁੰਦਾ ਹੈ ਅਤੇ ਗੁਰੂ ਕਿੰਚਤ ਕਿਰਪਾ ਕੀਨੀ, ਅਤੇ ਆਖਣ ਲੱਗੇ ਸਭ ਤਨ ਮਨ ਦੇਹ ਹਰ ਲੀਨੀ। ਜਿਸ ਮਨੁੱਖ 'ਤੇ ਗੁਰੂ ਨੇ ਥੋੜ੍ਹੀ ਜਿੰਨੀ ਵੀ ਮਿਹਰ ਕਰ ਦਿੱਤੀ ਨਾ,
मैं कई बार बेनती करना, तुसीं जितने मर्जी पाप कर लो, पर इतने उसकी मेहर की लोड़ नहीं है। सारी जिंदगी के पाप उसकी एक नज़र नाल कटे जा सकते हैं। कृपा कटाख अवलोकन कीनो, दास का दुख विदारे। एक बारी गुरु निगाह भर के वेख लवे, सारे पाप कटे जाने। इन्हें भी जितने साल पाप किए ने उतने साल लगणगे जो सारे पाप कट्टन च। वो तो एक बारी साडे कोल साडे उत्ते कृपा दृष्टि कर लवे, बस एक बारी अपनी मेहर की नज़र कर दे, बस कृपा जिवें कीती उस वेले सारे पाप खत्म जीवन च। इस करके महाराज कहते ने, तो अकाल पुरख वाहिगुरू इदा डाडा है कि पिछले औगुण बख्श ले प्रभ आगे मार्ग पावे। पिछले औगुण बख्श दिंदा है, अगे मार्ग ते पा दिंदा है। फिर कहन लगे, कह कबीर रंग राता मिलियो जग जीवन दाता। कबीर साहब आखदे ने, प्रभु दे प्यार विच रंगिया जांदा मनुख ते उसनूं वो प्रभु मिल पैंदा है जो सारे जगत नूं जीवन देण वाला है, जग जीवन दाता है, जिहड़ा सारे संसार नूं जीवन दे रहा है। और इत्थे शब्द राहीं ये समझाना चाहते हैं भगत कबीर साहब, प्रभु नाल मिलाप अवस्था विच एक तो हर थां प्रभु दिसन लग पैंदा है। सारियां सैवां दे विच माता पिता भैन भरा अपने बेगाने विच सब दे विच रब दिसन लग पैंदा, मिलाप की अवस्था। ये जगत उसे दी बनाई हुई जिहड़ी है खेड प्रतीत होने लग पैंदी भी ये खेड वाहिगुरू जी की है। और जदों ये समझ लगे वाहिगुरू की खेड है, उस वेले इस खेड नूं वेख के प्रसन्न होवांगे। 10वें पातशाह ने ये गल आखी सी, कहंदे ने देखन आयो जगत तमाशा, मैं हूँ परम पुरख को दासा, देखन आयो जगत तमाशा। वो जगत का तमाशा देख रहे सन। कभी आनंदपुर साहब दे विच पिता दा सीस गोद विच है, ये भी एक तमाशा। कभी जो चमकौर साहब की गढ़ी विच साहिबजादा दीयां लोथां पईयां ने, ये भी एक तमाशा है, देखी जाते। उन्होंने सारी खेड नूं तमाशा रूप करके बयान किया। इतने महंगे महंगे समयाने, चौकी, इतना कुछ महंगे महंगे चोर साहब होंदे सन। मारे कहते ये भी तमाशा। अज ऐसा वक्त आ गया कि ना घोड़ा है, ना पैर विच जोड़ा है, ना सीस ते कलगी है। जेड़े कपड़े पाए ने वो भी सारे लीरो लीर होए ने, पाटे होए ने। अज कुछ भी नहीं है सतगुरु कोल। कहते ये भी तमाशा है। इस करके जदों परमेश्वर नाल सुरत जुड़ जाती है सिखो, फिर ये जगत सारा तमाशा लगता है। फिर बंदा किसी ने कपड़े पाए हो ना पाटे हुए, वो उन्होंने पागल नहीं कहता, कहता वाहिगुरू तेरी खेड है। उच्चारण करो सतनाम। चंगे कपड़े पाए उन्होंने कहता वाहिगुरू ये भी तेरी खेड है। उहदे मन में कोई ऐसी गल नहीं रह जाती फिर जीवन च। उन्होंने एक खेड प्रतीत होने लग पैंदा संसार सारा। इस करके प्यार वालिओ, अगले वचन फिर कबीर साहब ने शब्द का जो निचोड़ कढ़िया वो ये है कि जदों प्रभु की मेहर हुंदी है और गुरु नूं मिलांदा है, तो गुरु जदों अपने सिख दे उत्ते कृपा करदा है तो सिख दा आपा भाव दूर कर दिंदा है। गुरु आपा भाव ही है जिहड़ा कि अपनत है, जिहड़ी सानू रब नालों दूर रखती है। जिस दिन अपनत मिल गई, आपा भाव मिट गया। क्योंकि इत्थे तां आप गवाई है तां सह पाई है, और कैसी चतराई। मार कहने आपा भाव गवा लै तां तैनूं परमात्मा मिल जाएगा। चतराइयां नाल नहीं मिलता। बंदा सोचदा चतराइयां नाल ही रब नूं प्राप्त करना। गुरबाणी कहंदी चतराई ना चतुरभुज पाई है। चतराइयां नाल नहीं अकाल पुरख मिलता। वो तो आपा भाव दूर करन दे नाल मिलाप हुंदा रब जी का। गुरु साहब कृपा करन कि असी आपा भाव दूर कर सकीए। अपने जीवन के जितने भरम भुलेखे ने उन्होंने मिटा लईए। जिन्ना भुलेखे दूर हो गए, अकाल पुरख वाहिगुरू नाल सांझ बन जाएगी। फिर कह सकांगे ये लोग सुखीए पर लोग सवेले, नानक हर पव आपे मिले। सारिਆਂ ਦਾ ਧੰਨਵਾਦ जी। आयां नूं इतने वचन प्रवान करो, फतेह दी सांझ करो। आखो जी वाहिगुरू जी का खालसा, वाहिगुरू जी की फतेह।